ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਇੱਕ ਫਕੀਰ ਤੁਮਰੇ ਦਰ ਆਇਓ, ਮੁਲਾਕਾਤ ਕਰ ਬੇਫੁਰਮਾਇਓ। जाचन की रंचक ने चाई, मिलन प्रयोजन बिन कछ नाई। वाहिगुरु जी का खालसा वाहिगुरु जी की फतेह। परम सत्कार योग सन्मान योग गुरु की साजी और नवाजी हुई गुरु खालसा साध संगत जीओ, धनता दे पात्र हो। जगत गुरु दीन दुनिया दे मालिक सतगुर बाणी पुरख पुरखोत्तम बाणी स्यों चित लावै गो। गुरबाणी सोनत मेरा मन द्रव्या, मन भीना निज घर आवै गो। श्री गुरु ग्रंथ साहिब जी महाराज जी की पवित्र पावन हजूरी च साहिब नौवें गुरदेव तिलक ते जंजू दे राखे धन गुरु तेग बहादुर साहिब सच्चे पातशाह जी महाराज जी दे पावन पवित्र चरण छो प्राप्त इतिहासक स्थान ते हाजरियां भर के पंचमी दे महीनावारी जोड़ मेले बहुत ही शरधा भावना अदब सत्कार सहित गुरु चरणा च इकत्र हो के मना रहे हो। सतगुरां दे पावन चरणा नाल पवित्र होए पावन सरोवर विच चुभे लाए हन। सतगुरां दी संगत विच हाजरियां भर के अमृत वेले तो ही सजे होए दीवाना अंदर ਢਾਡੀ ਸਿੰਘਾਂ ਤੋਂ ਕਵੀਸ਼ਰ ਸਿੰਘਾਂ ਤੋਂ ਗੁਰੂ ਘਰ ਦੇ ਪ੍ਰਚਾਰਕਾਂ ਤੋਂ ਗੁਰ ਇਤਿਹਾਸ ਗੁਰੂ ਜਸ ਆਪ ਜੀ ਨੇ ਸਰਵਣ ਕੀਤਾ ਹੈ। ਪਿਛਲੇ ਪਹਿਰ ਦਾ ਸੰਧਿਆ ਦਾ ਵੇਲਾ ਹੈ। ਸਤਿਗੁਰਾਂ ਦੇ ਇਤਿਹਾਸ ਦੀ ਕਥਾ ਦਾ ਵੇਲਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ रोम वलायत देश च पहुंचे ने, जिथे राजे कारू दे समान एक बादशाह राज करदा है। इहदा नाम भी कारू है। इहने 45 गंज धन जोड़िया होया। प्रजा भुखी मरदी है, किसे कोल पैसा नहीं। ਇਹਦੇ ਕਿਲੇ ਦੇ ਕੋਲ ਆ ਕੇ ਸਤਿਗੁਰਾਂ ਨੇ ਆਪਣਾ ਆਸਣ ਲਾਇਆ। ਦਰਬਾਨਚੀਆਂ ਨੂੰ ਸੱਦ ਕੇ ਪੁੱਛਿਆ, ਦੱਸੋ ਤੁਹਾਡੇ ਰਾਜੇ ਬਾਰੇ। ਕਹਿੰਦੇ ਜੀ ਸਾਡਾ ਰਾਜਾ ਬੜਾ ਜਰਵਾਣਾ ਹੈ, ਕੰਜੂਸ ਇੰਨਾ ਹੈ ਕਿ ਕਿਸੇ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਇਹਨੇ ਪੈਸਾ ਨਹੀਂ ਛੱਡਿਆ। ਇਹਦਾ ਭਰਾ ਹਾਰੂ ਹੋਇਆ, ਉਹਨੇ 40 ਗੰਜ ਜੋੜੇ ਸੀ। ਇਹ ਉਹਦੇ ਤੋਂ ਵੀ ਅੱਗੇ ਗਿਆ, ਇਹਨੇ 45 ਗੰਜ ਜੋੜੇ ਆ। ਇਹਨੇ ਕਬਰਾਂ ਦੇ ਵਿੱਚੋਂ ਵੀ ਪੈਸੇ ਕਢਾ ਲਏ ਨੇ, ਰੁਪਈਏ ਕਢਾ ਲਏ ਨੇ। ਕਬਰਾਂ ਤੱਕ ਨਹੀਂ ਇਹਨੇ ਛੱਡੀਆਂ, ਉਹ ਵੀ ਖੋਦ ਲਈਆਂ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਰਬਾਨਚੀਆਂ ਨੂੰ ਕਹਿ ਰਹੇ ਨੇ, ਜਿਹੜੇ ਕਿਲੇ ਤੇ ਬਾਹਰ ਦਰਵਾਜ਼ੇ ਤੇ ਪਹਿਰੇ ਤੇ ਖਲੋਤੇ ਸਨ ਰਾਜੇ ਦੇ, ਕਿ ਤੁਸੀਂ ਜਾ ਕੇ ਰਾਜੇ ਨਾਲ ਗੱਲ ਕਰੋ। ਜਿਵੇਂ ਰਾਜਾ ਕਾਰੂ ਸਤਿਗੁਰਾਂ ਦੀ ਸ਼ਰਨ ਵਿੱਚ ਆ ਰਿਹਾ ਹੈ ਔਰ ਗਰੀਬ ਨਵਾਜ ਪਾਤਸ਼ਾਹ ਜੀ ਇਹਨੂੰ ਉਪਦੇਸ਼ ਦੇ ਰਹੇ ਨੇ। ਜਿਹੜੇ ਬਚਨ ਸਤਿਗੁਰਾਂ ਨੇ ਉਚਾਰੇ ਨੇ, ਉਹਨਾਂ ਬਚਨਾਂ ਦਾ ਨਾਮ ਹੈ ਨਸੀਹਤਨਾਮਾ। ਕੁਝ ਨਾਮੇ ਗੁਰੂ ਘਰ ਦੇ ਵਿੱਚ ਸਾਨੂੰ ਪ੍ਰਾਪਤ ਹੁੰਦੇ ਹਨ ਜਨਮ ਸਾਖੀਆਂ 'ਚ। ਜਿਵੇਂ ਨਸੀਹਤਨਾਮਾ ਹੈ, ਇਸੇ ਤਰ੍ਹਾਂ ਕਰਨੀ ਨਾਮਾ ਹੈ, ਇਸੇ ਤਰ੍ਹਾਂ ਇੱਕ ਮੁਕਤੀ ਨਾਮਾ ਜਿਹੜਾ ਕਲਗੀਧਰ ਸਵਾਮੀ ਨੇ ਉਚਾਰਿਆ। ਇਹ ਸਾਡੇ ਜੀਵਨ ਦੇ ਵਿੱਚ ਸਾਡੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਹੋਵੇ, ਉਹਦੇ ਬਾਰੇ ਜਾਣਕਾਰੀ ਦਿੰਦੇ ਹਨ।
ਤਨਖਾਹਨਾਮੇ ਹਨ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਕ ਫਕੀਰ ਤੁਮਰੇ ਦਰ ਆਇਓ। ਸਤਿਗੁਰੂ ਜੀ ਨਾ ਦਰਬਾਨਚੀਆਂ ਨੂੰ ਕਹਿੰਦੇ ਕਿ ਤੁਸੀਂ ਆਪਣੇ ਰਾਜੇ ਕੋਲ ਜਾਓ ਅੰਦਰ, ਤੇ ਰਾਜੇ ਕਾਰੂ ਨੂੰ ਆਖੋ ਕਿ ਤੁਹਾਡੇ ਮਹਿਲਾਂ ਦੇ ਬਾਹਰ ਇੱਕ ਫਕੀਰ ਆਏ ਬੈਠੇ ਹਨ। ਮੁਲਾਕਾਤ ਕਰ ਬੇ ਫੁਰਮਾਇਓ। ਉਹ ਕੇਵਲ ਤੇਰੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਆ, ਉਹ ਕੇਵਲ ਤੈਨੂੰ ਇਹ ਮਿਲਣਾ ਚਾਹੁੰਦੇ ਆ, ਤੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਜਾਚਨ ਕੀ ਰੰਚਕ ਨੇ ਚਾਹੀ। ਉਹਨਾਂ ਨੂੰ ਕੁਝ ਮੰਗਣ ਦੀ ਇੱਛਾ ਨਹੀਂ ਵੀ ਕਿਤੇ ਇਹੋ ਜਿਹਾ ਰਾਜਾ ਸੁਣ ਕੇ ਆਖੇ ਵੀ ਫਕੀਰ ਆ, ਕੁਝ ਮੰਗਣ ਆਇਆ ਹੋਣਾ। ਮਹਾਰਾਜ ਜੀ ਕਹਿੰਦੇ ਉਹਨੂੰ ਕਹਿ ਦਿਓ ਰਾਜੇ ਨੂੰ ਆਪਣੇ ਨੂੰ ਕਿ ਉਹਨਾਂ ਨੂੰ ਕੁਝ ਮੰਗਣ ਦੀ ਇੱਛਾ ਨਹੀਂ, ਉਹ ਤੇਰੇ ਕੋਲੋਂ ਕੁਝ ਮੰਗਣ ਨਹੀਂ ਆਏ। ਮਿਲਨ ਪ੍ਰਯੋਜਨ ਬਿਨ ਕਛ ਨਾਈ। ਕੇਵਲ ਮਿਲਣ ਦਾ ਪ੍ਰਯੋਜਨ ਹੈ, ਹੋਰ ਕੋਈ ਪ੍ਰਯੋਜਨ ਨਹੀਂ ਕਿ ਜਾਂ ਤੇਰੇ ਕੋਲੋਂ ਕੁਝ ਲੈਣਾ ਹੈ ਜਾਂ ਤੇਰੇ ਕੋਲੋਂ ਕੁਝ ਪ੍ਰਾਪਤ ਕਰਨਾ, ਐਸਾ ਨਹੀਂ ਹੈ। ਕੇਵਲ ਮਿਲਣ ਦਾ ਹੀ ਪ੍ਰਯੋਜਨ ਹੈ, ਉਹ ਕੇਵਲ ਮਿਲਣਾ ਹੀ ਚਾਹੁੰਦੇ ਹਨ। ਵਹਿਰ ਆਨ ਕਰ ਦਰਸ਼ਨ ਲੀਜੈ। ਔਰ ਰਾਜੇ ਨੂੰ ਕਹੋ ਕਿ ਬਾਹਰ ਆ ਕੇ ਸਾਡੇ ਦਰਸ਼ਨ ਕਰੇ। ਪਾਤਸ਼ਾਹ ਕਹਿੰਦੇ ਅਸੀਂ ਨਹੀਂ ਜਾਣਾ ਉਹਦੇ ਅੰਦਰ ਮਹਿਲ ਦੇ, ਉਹ ਬਾਹਰ ਆਵੇ, ਆ ਕੇ ਸਾਡੇ ਨਾਲ ਮੁਲਾਕਾਤ ਕਰੇ। ਸੁਨੋ ਬਚਨ ਪੁਨ ਆਪ ਪਨੀਜੈ। ਔਰ ਆ ਕੇ ਬਚਨ ਸੁਣੇ ਤੇ ਜਿਹੜੀ ਉਹਦੀ ਆਪਣੀ ਵਿਚਾਰਧਾਰਾ ਹੈ ਉਹ ਵੀ ਦੱਸੇ। ਸਾਡੇ ਬਚਨ ਸੁਣੇ ਤੇ ਆਪਣੇ ਸੁਣਾਵੇ। ਮ੍ਰਿਦੁਲ ਬਚਨ ਸ਼੍ਰੀ ਗੁਰ ਕੇ ਸੁਨ ਕੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਮਲ ਪਿਆਰੇ ਬੋਲ ਇਹਨਾਂ ਦਰਬਾਨਚੀਆਂ ਨੇ ਸੁਣੇ ਹਨ। ਗੇ ਦਰਵਾਨ ਸੰਤ ਪਲ ਗੁਣ ਕੈ। ਇਹਨਾਂ ਵੇਖਿਆ ਕੋਈ ਭਲੇ ਸੰਤ ਨੇ ਜਿਨ੍ਹਾਂ ਨੂੰ ਕੁਝ ਇੱਛਾ ਹੀ ਨਹੀਂ ਹੈ ਮੰਗਣ ਦੀ। ਜ਼ਰੂਰ ਇਹਨਾਂ ਦੀ ਗੱਲ ਜਿਹੜੀ ਹੈ ਉਹ ਬਾਦਸ਼ਾਹ ਤੱਕ ਪਹੁੰਚਾਉਣੀ ਚਾਹੀਦੀ ਹੈ। ਇਹ ਦਰਬਾਨਚੀ ਅੰਦਰ ਬਾਦਸ਼ਾਹ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਪਹੁੰਚੇ ਕਾਰੂ ਕੇਰ ਅਗਾਰੀ। ਇਹ ਚੱਲ ਕੇ ਬਾਦਸ਼ਾਹ ਕਾਰੂ ਦੇ ਕੋਲ ਪਹੁੰਚੇ ਹਨ। ਹੱਥ ਬੰਦ ਕੈ ਗਿਰਾ ਉਚਾਰੀ। ਜਾ ਕੇ ਬਾਦਸ਼ਾਹ ਕਾਰੂ ਨੂੰ ਕਹਿਣ ਲੱਗੇ ਬਾਦਸ਼ਾਹ ਸਲਾਮਤ। ਇੱਕ ਦਰਵੇਸ਼ ਅਪੂਰਬ ਆਵਾ। ਕੋਈ ਦਰਵੇਸ਼ ਹੈ ਜਿਹੜਾ ਪਹਿਲੀ ਵਾਰ ਆਪਣੇ ਇਸ ਇਲਾਕੇ ਵਿੱਚ ਆਇਆ, ਕਦੇ ਪਹਿਲਾਂ ਅਸੀਂ ਉਹਨੂੰ ਵੇਖਿਆ ਨਹੀਂ। ਕੋਈ ਦਰਵੇਸ਼ ਪੁਰਖ ਹੈ, ਬੜਾ ਭਲਾ ਪੁਰਸ਼ ਜਾਪਦਾ, ਚਿਹਰੇ ਤੇ ਬੜੀ ਕ੍ਰਾਂਤੀ ਤੇ ਨੂਰ ਹੈ, ਪਹਿਲੀ ਵਾਰ ਸਾਡੇ ਪਾਸ ਇੱਥੇ ਆਇਆ ਹੈ। ਅਧਿਕ ਪ੍ਰਤਾਪਵਾਨ ਲਖ ਪਾਵਾ। ਚਿਹਰੇ ਤੋਂ ਪਤਾ ਲੱਗਦਾ ਵੀ ਕੋਈ ਚੰਗਾ ਪ੍ਰਤਾਪੀ ਮਹਾਪੁਰਸ਼ ਹੈ। ਉਹ ਦਰਬਾਨਚੀ ਕਹਿ ਰਹੇ ਨੇ ਬਾਦਸ਼ਾਹ ਕਾਰੂ ਨੂੰ ਜਾ ਕੇ ਕਿ ਜਿਹੜੇ ਉਹ ਦਰਵੇਸ਼ ਆਏ ਬੈਠੇ ਨੇ ਬਾਹਰ, ਉਹਨਾਂ ਦੇ ਚਿਹਰੇ ਤੋਂ ਪਤਾ ਲੱਗਦਾ ਵੀ ਉਹ ਬੜੇ ਪ੍ਰਤਾਪੀ ਪੁਰਖ ਹਨ। ਮ੍ਰਿਦਲ ਬਚਨ ਜੈ ਨੀਕ ਸੁਭਾਉ। ਉਹਨਾਂ ਦੇ ਬਚਨ ਬੜੇ ਕੋਮਲ ਨੇ, ਬੜੇ ਮਿੱਠੇ ਮਿੱਠੇ ਬੋਲ ਬੋਲਦੇ ਨੇ, ਔਰ ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਵੀ ਬੜਾ ਕੋਮਲ ਤੇ ਦਿਆਲੂ ਹੈ। ਸੁੰਦਰ ਰੂਪ ਸਬਨ ਮਨ ਪਾਉ। ਸਵਰੂਪ ਵੀ ਉਹਨਾਂ ਦਾ ਬੜਾ ਸੁੰਦਰ ਹੈ। ਜਦੋਂ ਉਹਨਾਂ ਦੇ ਦਰਸ਼ਨ ਕਰੀਦੇ ਨੇ ਤੇ ਮਨ ਨੂੰ ਖਿੱਚ ਪੈਂਦੀ ਹੈ। ਇਹੋ ਜਿਹੇ ਸੁੰਦਰ ਦਰਸ਼ਨ ਨੇ ਉਹਨਾਂ ਦੇ ਕਿ ਉਹਨਾਂ ਦੇ ਦਰਸ਼ਨ ਕਰਕੇ ਮਨ ਉਹਨਾਂ ਵੱਲ ਖਿੱਚਿਆ ਜਾਂਦਾ ਹੈ। ਜਾਚਨ ਕੀਜੈ ਚਾਹ ਨ ਕਾਈ। ਹਾਂ, ਉਹ ਕਹਿੰਦੇ ਸਾਨੂੰ ਕੁਝ ਚਾਹਨਾ ਨਹੀਂ ਹੈ, ਅਸੀਂ ਕੁਝ ਮੰਗਣਾ ਨਹੀਂ ਹੈ, ਸਗੋਂ ਜੇ ਬਾਦਸ਼ਾਹ ਨੂੰ ਕੁਝ ਚਾਹੀਦਾ ਤੇ ਉਹ ਆ ਜਾਵੇ। ਉਹ ਤੇਰੇ ਕੋਲੋਂ ਲੈਣ ਨਹੀਂ ਆਏ, ਸਗੋਂ ਕਹਿੰਦੇ ਅਸੀਂ ਦੇਣਾ ਹੈ ਬਾਦਸ਼ਾਹ ਨੂੰ। ਰਾਵਰ ਕੋ ਮਿਲਨੋ ਫੁਰਮਾਈ। ਉਹ ਕੇਵਲ ਤੈਨੂੰ ਮਿਲਣਾ ਚਾਹੁੰਦੇ ਆ, ਤੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਕਿਉਂ ਸੁਨ ਕਾਰੂ ਦਰ ਪਰ ਆਇਓ। ਇਹ ਸੁਣ ਕੇ ਬਾਦਸ਼ਾਹ ਕਾਰੂ ਕਹਿੰਦਾ ਜੀ ਠੀਕ ਹੈ, ਗੁਰੂ ਸਾਹਿਬ ਨੇ ਇਹਦਾ ਮਨ ਪ੍ਰੇਰਿਆ ਕਿ ਆਪ ਹੀ ਪ੍ਰੇਰ ਕੇ ਇਹਨੂੰ ਬਾਹਰ ਲੈ ਆਂਦਾ ਹੈ।
ਮਨ ਦੇ ਵਿੱਚ ਪ੍ਰੇਰਨਾ ਗੁਰਦੇਵ ਨੇ ਕੀਤੀ ਹੈ ਵੀ ਚਲੋ ਚੱਲ ਕੇ ਮਿਲ ਲੈਨੇ ਆ। ਤੋ ਬਾਦਸ਼ਾਹ ਚੱਲ ਕੇ ਆਪਣੇ ਮਹਿਲ ਚੋਂ ਬਾਹਰ ਆਇਆ ਸਤਿਗੁਰਾਂ ਦੇ ਪਾਸ। ਸ੍ਰੀ ਨਾਨਕ ਕੋ ਦਰਸ਼ਨ ਪਾਇਓ। ਦੀਨ ਦੁਨੀਆ ਦੇ ਵਾਲੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਣ ਕੇ ਬਾਦਸ਼ਾਹ ਨੇ ਦਰਸ਼ਨ ਕੀਤੇ। ਬੰਦਨ ਕਰ ਪਾਠਾਂ ਡਿਆਗਾਰੀ। ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ। ਇਹਨੇ ਫਕੀਰ ਜਾਣ ਕੇ ਕਿ ਕੋਈ ਦਰਵੇਸ਼ ਪੁਰਖ ਨੇ, ਮਹਾਤਮਾ ਨੇ, ਇਹ ਜਾਣ ਕੇ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਸਾਹਮਣੇ ਖਲੋ ਗਿਆ। ਸੰਗ ਪੀਰ ਮਾਨਵ ਕੀ ਭਾਰੀ। ਬਾਦਸ਼ਾਹ ਦੇ ਨਾਲ ਇਹਦੇ ਨੌਕਰ ਚਾਕਰ ਵੀ ਆਏ ਨੇ, ਬਹੁਤ ਸਾਰੀ ਭੀੜ ਹੈ ਲੋਕਾਂ ਦੀ। ਦੋਹਰਾ ਇਸ ਬਿਦ ਸ਼੍ਰੀ ਨਾਨਕ ਤਬੇ ਬੈਠੇ ਕਰ ਹੀ ਤਾਏ। ਜਦੋਂ ਬਾਦਸ਼ਾਹ ਆਇਆ ਨਾ ਤੇ ਸਤਿਗੁਰੂ ਜੀ ਨੇ ਲੀਲਾ ਖੇਡੀ। ਪਾਤਸ਼ਾਹ ਦੇ ਚੋਜ ਨੇ ਗਰੀਬ ਨਵਾਜ ਕੀ ਕਰਦੇ, ਜਦੋਂ ਬਾਦਸ਼ਾਹ ਨਮਸਕਾਰ ਕਰ ਰਿਹਾ ਸੀ, ਪਾਤਸ਼ਾਹ ਥੱਲੇ ਜ਼ਮੀਨ ਤੇ ਭੁੰਜਿਆਂ ਬੈਠੇ ਸਨ। ਪੱਥਰ ਜੇ ਖਿਲਰੇ ਹੋਏ ਸੀ, ਉਹ ਪੱਥਰ ਮਹਾਰਾਜ ਜੀ ਇਕੱਠੇ ਕਰੀ ਜਾਂਦੇ ਸਨ ਤੇ ਪੱਥਰ ਇਕੱਠੇ ਕਰ ਕਰਕੇ ਚੁਣ ਚੁਣ ਕੇ ਬੀਨ ਬੀਨ ਬੌਠੀ ਕਰੀ ਪਾਵੇਂ ਪਟ ਕੇ ਮਾਏ। ਮਹਾਰਾਜ ਜੀ ਦਾ ਜਿਹੜਾ ਚਾਦਰਾ ਸੀ ਨਾ, ਉਸ ਚਾਦਰੇ ਦੇ ਇੱਕ ਪੱਲੇ ਚੋਂ ਸਾਰੇ ਪੱਥਰ ਚੁਗ ਚੁਗ ਕੇ ਤੇ ਆਪਣੇ ਚਾਦਰੇ 'ਚ ਇਕੱਠੇ ਕਰੀ ਜਾਂਦੇ ਆ। ਪੱਲੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਹ ਸਾਰੇ ਪੱਥਰ ਇਕੱਠੇ ਕਰਦੇ ਹਨ। ਜੋ ਪਈ ਦੇਖਤ ਕਾਰੂ ਗਿਰਾ ਉਚਾਰੀ। ਜਦੋਂ ਪੱਥਰ ਚੁਣ ਚੁਣ ਕੇ ਮਹਾਰਾਜ ਜੀ ਆਪਣੇ ਪੱਲੇ 'ਚ ਪਾਈ ਜਾਂਦੇ ਐ ਤੇ ਕਾਰੂ ਨੇ ਵੇਖਿਆ। ਵੇਖ ਕੇ ਕਾਰੂ ਬੋਲਿਆ, ਕਹਿਣ ਲੱਗਾ ਬੀਨ ਠੀਕਰੀ ਕਿਆ ਕਰਕਾਰੀ। ਕਹਿਣ ਲੱਗਾ ਸੰਤ ਜੀ ਇਹ ਕੀ ਕਰ ਰਹੇ ਹੋ? ਇਹ ਠੀਕਰੀਆਂ ਇਕੱਠੀਆਂ ਕਰਕੇ ਇਹਨਾਂ ਤੋਂ ਕੀ ਸਵਾਰਨਾ? ਕਰੋ ਬਾਦ ਇਹ ਬੈਠੇ ਕਾਜੂ। ਇਹ ਬੇਫਜ਼ੂਲ ਦਾ ਕੰਮ ਹੈ ਜਿਹੜਾ ਕਰ ਰਹੇ ਹੋ ਤੁਸੀਂ। ਇਹ ਠੀਕਰੀਆਂ ਕਿਹੜੇ ਕੰਮ ਆਉਣੀਆਂ? ਬੱਚਿਆਂ ਵਾਲੇ ਕੰਮ ਕਰ ਰਹੇ ਹੋ ਤੁਸੀਂ। ਬੱਚੇ ਤਾਂ ਚਲੋ ਖੇਡਦੇ ਹੁੰਦੇ ਆ ਇਹਦੇ ਨਾਲ, ਤੁਹਾਡੇ ਠੀਕਰੀਆਂ ਕਿਹੜੇ ਕੰਮ ਦੀਆਂ ਨੇ ਵੀ ਚੁਣ ਚੁਣ ਕੇ ਆਪਣੇ ਪੱਲੇ 'ਚ ਬੰਨ ਰਹੇ ਹੋ? ਇਨਕੋ ਸੰਚ ਕਰੋ ਕਿਆ ਕਾਜੂ। ਇਹ ਬੇਫਜ਼ੂਲ ਦਾ ਕੰਮ ਹੈ। ਇਹਨਾਂ ਨੂੰ ਇਕੱਠੀਆਂ ਕਰਕੇ ਤੁਸੀਂ ਭਲਾ ਇਹਨਾਂ ਨਾਲ ਕਿਹੜਾ ਕੰਮ ਸਵਾਰਨਾ? ਸੁਣ ਕੇ ਸ੍ਰੀ ਗੁਰ ਬੈਣੀ ਉਚਾਰੇ। ਮਹਾਰਾਜ ਜੀ ਨੇ ਜਦੋਂ ਕਾਰੂ ਦੀ ਇਹ ਗੱਲ ਸੁਣੀ, ਸੁਣ ਕੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ, ਚਲੇ ਠੀਕਰੀ ਸੰਗ ਹਮਾਰੇ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਇਹ ਠੀਕਰੀਆਂ ਸਾਡੇ ਨਾਲ ਜਾਣੀਆਂ, ਪਰਲੋਕ 'ਚ ਅਸੀਂ ਤਾਂ ਇਕੱਠੀਆਂ ਕਰਦੇ ਆਂ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਠੀਕਰੀਆਂ ਬਾਦਸ਼ਾਹ ਅਸੀਂ ਤਾਂ ਇਕੱਠੀਆਂ ਕਰਦੇ ਆਂ ਵੀ ਇਹ ਅੱਗੇ ਪਰਲੋਕ ਵਿੱਚ ਨਾਲ ਜਾਣੀਆਂ ਹਨ। ਬੀਨ ਕਰੋ ਜਾਂ ਤੇ ਇਕਠਾਈ। ਤਾਂ ਹੀ ਤਾਂ ਬੜੇ ਧਿਆਨ ਨਾਲ ਗਹੁ ਨਾਲ ਕੱਲੀ ਕੱਲੀ ਠੀਕਰੀ ਚੁੱਕ ਕੇ ਇਕੱਠੀ ਕਰ ਰਹੇ ਹਾਂ। ਪਰ ਲੋਕੇ ਮੈਂ ਕਾਜ ਸੇ ਆਈ। ਇਹ ਜਿੰਨੀਆਂ ਠੀਕਰੀਆਂ ਅਸੀਂ ਇੱਥੇ ਇਕੱਠੀਆਂ ਕਰ ਰਹੇ ਹਾਂ, ਪੱਲੇ 'ਚ ਬੰਨ ਰਹੇ ਹਾਂ, ਇਹ ਅੱਗੇ ਸਾਰੀਆਂ ਪਰਲੋਕ ਵਿੱਚ ਕੰਮ ਆਉਣੀਆਂ ਨੇ। ਏ ਦਰਵੇਸ਼ ਨਾ ਕਰੋ ਵਿਚਾਰੀ। ਏ ਦਰਵੇਸ਼ ਇਸ ਗੱਲ ਦੀ ਵਿਚਾਰ ਨਾ ਕਰੀ ਤੂੰ। ਉਸ ਵੇਲੇ ਸੁਣ ਕੇ ਇਹ ਬਾਦਸ਼ਾਹ ਕਾਰੂ ਬੋਲਿਆ, ਕਹਿਣ ਲੱਗਾ ਹੇ ਦਰਵੇਸ਼ ਜੀ, ਸੰਤ ਜੀ ਕਿਹੋ ਜੀਆਂ ਭੋਲੀਆਂ ਗੱਲਾਂ ਕਰਦੇ ਹੋ? ਵਿਚਾਰ ਨਹੀਂ ਕਰਦੇ ਤੁਸੀਂ ਇਹ ਗੱਲ ਕਹਿਣ ਤੋਂ ਪਹਿਲਾਂ। ਕੈਸ ਠੀਕਰੀ ਜਾਹੇ ਅਗਾਰੀ। ਇਹ ਠੀਕਰੀਆਂ ਭਲਾ ਅੱਗੇ ਕਿਵੇਂ ਜਾਣਗੀਆਂ ਪਰਲੋਕ ਵਿੱਚ? ਇਹ ਕਿਵੇਂ ਅੱਗੇ ਤੱਕ ਜਾਣਗੀਆਂ? ਇਹਨਾਂ ਨਾਲ ਅੱਗੇ ਕਿਵੇਂ ਕੁਝ ਸਬਰਨਾ? ਦੇਹ ਸੰਗ ਕੀ ਇਹਾਂ ਰਹੇ ਹੈ। ਜਿਹੜੀ ਆ ਦੇਹ ਨਾਲ ਜੰਮੀ ਐ ਇਹ ਨਹੀਂ ਨਾਲ ਅੱਗੇ ਜਾਣੀ, ਤੇ ਠੀਕਰੀਆਂ ਕਿੱਥੇ ਜਾਣਗੀਆਂ ਅੱਗੇ? ਆ ਜਿਹੜੀ ਦੇਹ ਨਾਲ ਜਨਮੀ ਐ, ਸਾਰੀ ਜ਼ਿੰਦਗੀ ਮਰਨ ਪਰਯੰਤ ਤੱਕ ਇਹ ਨਾਲ ਰਹਿੰਦੀ ਹੈ। ਜੇ ਇਹ ਦੇਹ ਨਾਲ ਨਹੀਂ ਜਾਣੀ ਮਰਨ ਤੋਂ ਬਾਅਦ, ਤੇ ਫਿਰ ਸੰਤ ਜੀ ਇਹ ਜਿਹੜੀਆਂ ਠੀਕਰੀਆਂ ਤੁਸੀਂ ਇਕੱਠੀਆਂ ਕਰਦੇ ਹੋ, ਇਹ ਠੀਕਰੀਆਂ ਭਲਾ ਕਿਵੇਂ ਨਾਲ ਜਾਣਗੀਆਂ? ਤ੍ਰਿਣ ਸਮਾਨ ਕਿਛ ਸੰਗ ਨ ਜੈ ਹੈ। ਇਹ ਘਾਹ ਦੇ ਕਿਣਕੇ ਦੇ ਸਮਾਨ ਵੀ ਕੋਈ ਵਸਤੂ ਨਾਲ ਨਹੀਂ ਜਾਣੀ। ਦੋਹਰਾ ਤੈਂ ਜ਼ੁਲਮੀ ਕਰ ਦੇਸ਼ ਮੈਂ ਕੀਨ 45 ਗੰਜ। ਇਹ ਸੁਣ ਕੇ ਮਹਾਰਾਜ ਜੀ ਨੇ ਠੀਕਰੀਆਂ ਸੁੱਟ ਦਿੱਤੀਆਂ ਤੇ ਕਹਿੰਦੇ ਬਸ ਇਹੀ ਸੁਣਨਾ ਸੀ ਤੇਰੇ ਮੂੰਹੋਂ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਵੀ ਇਹ ਠੀਕਰੀਆਂ ਨਹੀਂ ਜਾਣੀਆਂ ਨਾਲ,
ਤੇ ਜਿਹੜੇ 45 ਗੰਜ ਜੋੜ ਕੇ ਤੂੰ ਰੱਖੇ ਨੇ 10 ਉਹ ਜਾਣੇ ਐ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਠੀਕਰੀਆਂ ਨਹੀਂ ਜਾਣੀਆਂ ਨਾਲ ਤੈਨੂੰ ਪਤਾ ਹੈ, ਤੇ ਜਿਹੜੇ ਜ਼ੁਲਮ ਕਰਕੇ ਲੋਕਾਂ ਤੇ ਅਤਿਆਚਾਰ ਕਰਕੇ ਤੂੰ 45 ਗੰਜ ਜੋੜ ਕੇ ਇਕੱਠੇ ਕਰਕੇ ਰੱਖੇ ਹਨ। ਕਿਉਂ ਕਰ ਜਾਵੇ ਸੰਗ ਇਹ ਕੀਨ ਪਾਪ ਕੋ ਸੰਚ। ਜਿਹੜੇ ਪਾਪ ਕਰ ਕਰਕੇ ਤੈਂ 45 ਗੰਜ ਜੋੜੇ ਨੇ, ਇਹ ਦੱਸ ਵੀ ਉਹ ਫਿਰ ਕਿਵੇਂ ਨਾਲ ਜਾਣਗੇ। ਕਿਉਂ ਕਰ ਜਾਵੇਂ ਸੰਗ ਇਹ, ਫਿਰ ਉਹ ਕਿਵੇਂ ਨਾਲ ਜਾਣਗੇ। ਸਾਡੀਆਂ ਇਹ ਥੋੜੀਆਂ ਜੀਆਂ ਠੀਕਰੀਆਂ ਨਹੀਂ ਜਾਣੀਆਂ, ਤੂੰ ਤਾਂ ਢੇਰਾਂ ਦੇ ਢੇਰ ਇਕੱਠੇ ਕੀਤੇ ਨੇ ਪਾਪ ਕਰਕੇ ਜ਼ੁਲਮ ਕਰਕੇ, ਦੱਸ ਫਿਰ ਉਹ ਕਿਵੇਂ ਨਾਲ ਜਾਵੇਗਾ। ਜੋ ਪਈ ਤੇਰੋ ਬੜੋ ਪ੍ਰਾਤ ਜੋ ਭਇਆ। ਚੱਲ ਇਹ ਹੀ ਵੇਖ ਲੈ, ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਵੱਡਾ ਭਰਾ ਸੀ ਹਾਰੂ, ਉਹ ਵੀ ਤੇਰੀਆਂ ਅੱਖਾਂ ਦੇ ਸਾਹਮਣੇ ਹੀ 40 ਗੰਜ ਜੋੜ ਕੇ ਮਰਿਆ। 40 ਗੰਜ ਸੰਜ ਤਜ ਮੋਇਆ। ਉਹਨੇ 40 ਗੰਜ ਇਕੱਠੇ ਕੀਤੇ ਸੀ, ਦੱਸ ਉਹਦੇ ਨਾਲ ਕਿੰਨਾ ਕੁਝ ਗਿਆ। ਉਹ ਆਪਣੇ ਨਾਲ ਕੀ ਕੁਝ ਲੈ ਕੇ ਗਿਆ, ਤੇਰੀਆਂ ਅੱਖਾਂ ਦੇ ਸਾਹਮਣੇ ਮਰਿਆ। ਤਾਂ ਕਿ ਸੰਗ ਨ ਗਈ ਅਗਾਰੀ। ਜੇ ਉਹਦੇ ਨਾਲ ਅੱਗੇ ਨਹੀਂ ਗਿਆ ਕੁਝ ਵੀ, ਤੈਂ ਤੇ ਤੈਂ ਸੰਚੀ ਅਤ ਭਾਰੀ। ਤੂੰ ਤਾਂ ਉਹਦੇ ਨਾਲੋਂ ਵੀ 5 ਗੰਜ ਵੱਧ ਜੋੜੇ ਆ, 45 ਗੰਜ ਜੋੜੇ ਹਨ। ਤੇਰੇ ਸੰਗ ਸੋ ਕਿਉਂ ਕਰ ਜਾਵੇ। ਤੇਰੇ ਦੱਸ ਵੀ ਤੇਰੇ ਨਾਲ ਕਿਵੇਂ ਜਾਵੇਗਾ ਇਹ ਸਾਰਾ ਕੁਝ। ਤੂੰ ਤਾਂ ਉਹਦੇ ਨਾਲੋਂ ਵੱਧ ਜੋੜੀ ਬੈਠਾ, ਵੱਧ ਇਕੱਠਾ ਕਰੀ ਬੈਠਾ, ਤੇ ਦੱਸ ਫਿਰ ਤੇਰੇ ਨਾਲ ਇਹ ਸਾਰਾ ਕੁਝ ਕਿਵੇਂ ਜਾਵੇਗਾ। ਹੁਣ ਤੂੰ ਵੀ ਆਪਣੀ ਅਕਲ ਨੂੰ ਸੋਚ ਕੇ ਵਿਚਾਰ ਕੇ ਜਵਾਬ ਦੇ। ਦੋਜ਼ਖ ਪਰੇ ਮਹਾ ਦੁੱਖ ਪਾਵੇ। ਸਗੋਂ ਜਿਹੜੇ ਪਾਪ ਕਰਕੇ ਜ਼ੁਲਮ ਕਰਕੇ ਤੂੰ ਇਹ ਧਨ ਇਕੱਠਾ ਕੀਤਾ, ਇਹ ਧਨ ਤਾਂ ਨਹੀਂ ਜਾਣਾ ਨਾਲ, ਪਰ ਜਿਹੜੇ ਤੈਂ ਪਾਪ ਕੀਤੇ ਨੇ ਉਹ ਜ਼ਰੂਰ ਜਾਣੇ ਆ, ਤੇ ਉਹਦਾ ਫਲ ਤੈਨੂੰ ਮਿਲਣਾ ਦੋਜ਼ਕਾਂ ਦੀ ਅੱਗ। ਦੋਜ਼ਕਾਂ ਦੀ ਅਗਨੀ ਦੇ ਵਿੱਚ ਸੜੇਗਾ ਜਿਹੋ ਜੇ ਪਾਪ ਕਰਮ ਭੈੜੇ ਕਰਮ ਕਰਕੇ ਤੂੰ ਜਾ ਰਿਹਾ ਹੈ। ਔਰ ਆਏ ਸਭ ਧਨ ਕੋ ਲਈ। ਔਰ ਇਹ ਤੇਰਾ ਜੋੜਿਆ ਧਨ ਕਿਸੇ ਹੋਰ ਨੇ ਆ ਕੇ ਸਾਂਭ ਲੈਣਾ। ਤੂੰ ਮਰ ਜਾਣਾ ਹੈ, ਤੇਰੀ ਜਗ੍ਹਾ ਤੇ, ਕਿਉਂਕਿ ਤੇਰਾ ਭਰਾ ਮਰਿਆ ਉਹਦਾ ਮਾਲਕ ਤੂੰ ਹੋ ਗਿਆ। ਤੂੰ ਮਰਨਾ, ਤੇਰੇ ਤੋਂ ਬਾਅਦ ਇਹਦਾ ਮਾਲਕ ਕਿਸੇ ਹੋਰ ਨੇ ਹੋ ਜਾਣਾ। ਇਸ ਕਾਰਨ ਤੁਝ ਦੋਜ਼ਖ ਦੇਈ। ਤੇ ਇਸ ਮਾਇਆ ਨੂੰ ਇਕੱਤਰ ਕਰਨ ਲਈ ਕੀਤੇ ਜਿਹੜੇ ਪਾਪ ਨੇ, ਜ਼ੁਲਮ ਨੇ, ਅਤਿਆਚਾਰ ਨੇ, ਉਹਦਾ ਫਲ ਤੈਨੂੰ ਦੋਜ਼ਕਾਂ ਦੀ ਅਗਨੀ ਵਿੱਚ ਜ਼ਰੂਰ ਮਿਲਣਾ ਹੈ। ਕੌਣ ਕਾਜ ਤੇਰੇ ਤਬ ਆਵੇ। ਦੱਸ ਫਿਰ ਇਹ 45 ਗੰਜ ਜੋੜੇ ਤੇਰੇ ਕਿਹੜੇ ਕੰਮ ਆਉਣੇ ਉੱਥੇ ਜਦੋਂ ਰੱਬ ਨੇ ਲੇਖਾ ਮੰਗਣਾ ਹੈ। ਜਦੋਂ ਧਰਮ ਰਾਏ ਦੀ ਕਚਹਿਰੀ 'ਚ ਲੇਖਾ ਦੇਣਾ ਪੈਣਾ, ਉਦੋਂ ਜਦੋਂ ਦੋਜ਼ਕਾਂ ਦੀ ਅਗਨੀ ਦੇ ਵਿੱਚ ਤੈਂ ਸੜਨਾ ਆਪਣੇ ਕੀਤੇ ਪਾਪ ਕਰਮਾਂ ਕਰਕੇ, ਦੱਸ ਫਿਰ ਇਹ 45 ਗੰਜ ਵਿੱਚੋਂ ਕਿਹੜਾ ਧਨ ਹੈ ਜਿਹੜਾ ਤੇਰੇ ਉੱਥੇ ਨਾਲ ਨਿਭੇਗਾ, ਨਾਲ ਤੇਰਾ ਸਹਾਈ ਹੋਵੇਗਾ। ਪਰ ਦੋਜ਼ਖ ਮੈਂ ਜਬ ਬਿਲ ਲਾਵੇਂ। ਜਦੋਂ ਦੋਜ਼ਕਾਂ ਦੀ ਅਗਨੀ ਵਿੱਚ ਸੜਦਾ ਕੁਰਲਾਉਂਦਾ ਕੁਰਲਾਪ ਕਰੇਗਾ। ਜਬ ਤਨ ਤੇ ਹੋਏ ਪ੍ਰਾਨ ਨਿਆਰੇ। ਜਦੋਂ ਤੇਰੇ ਤਨ ਤੋਂ ਤੇਰੇ ਪ੍ਰਾਣ ਨਿਆਰੇ ਹੋਣਗੇ, ਜਦੋਂ ਤੇਰੇ, ਕਿਉਂਕਿ ਉਹ ਤਾਂ ਹੋਣੇ ਹੀ ਆ ਵਾਸ਼ਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਦੋਂ ਤੇਰੇ ਤਨ ਤੋਂ ਤੇਰੇ ਪ੍ਰਾਣ ਵੱਖਰੇ ਹੋਣਗੇ। ਪੂਰਬ ਨਰਲੇ ਦਰਬ ਸਮਾਰੇ। ਸਭ ਤੋਂ ਪਹਿਲਾਂ ਜਿਹੜਾ ਤੇਰਾ ਧਨ ਹੈ ਲੋਕਾਂ ਨੇ ਉਹ ਸੰਭਾਲਣਾ। ਆ ਜਿਹੜੇ ਆਭੂਸ਼ਣ ਪਾਈ ਫਿਰਦਾ ਨਾ ਬਾਦਸ਼ਾਹ, ਆ ਜਿਹੜੇ ਗਹਿਣੇ ਪਾਏ ਹੋਏ ਨੇ, ਤੇਰਾ ਇਹ ਸਰੀਰ ਤਿਆਗਣ ਤੋਂ ਪਹਿਲਾਂ, ਜਦੋਂ ਤੂੰ ਤਿਆਗਣਾ, ਸਭ ਤੋਂ ਪਹਿਲਾਂ ਤੈਨੂੰ ਫੂਕਣਗੇ, ਬਾਅਦ ਵਿੱਚ ਦੱਬਣਗੇ, ਬਾਅਦ ਵਿੱਚ ਪਹਿਲਾਂ ਤੇਰੇ ਤਨ ਤੇ ਪਾਏ ਹੋਏ ਗਹਿਣੇ ਲਾਉਣਗੇ। ਆ ਜਿਹੜੀਆਂ ਮੁੰਦਰੀਆਂ ਪਾਈਆਂ ਹੋਈਆਂ ਉਂਗਲੀਆਂ 'ਚ, ਇਹ ਉਤਾਰਨਗੇ। ਤੇਰੇ ਗਲ ਵਿੱਚ ਪਾਏ ਤੇਰੇ ਆ ਜਿਹੜੇ ਹਾਰ ਨੇ, ਇਹ ਉਤਾਰ ਕੇ ਸਭ ਤੋਂ ਪਹਿਲਾਂ ਸੰਭਾਲਣਗੇ। ਦਫਨ ਕਰੇ ਤੁਝ ਕੋ ਪਛਾਤੀ। ਬਾਅਦ ਵਿੱਚ ਫਿਰ ਤੈਨੂੰ ਦਫਨ ਕਰਨਗੇ, ਮਿੱਟੀ 'ਚ ਦੱਬਣਗੇ, ਗੱਡਣਗੇ। ਹਿਰਦੇ ਵਿਚਾਰ ਲਿਓ ਪਲ ਭਾਂਤੀ। ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਆਪਣੇ ਹਿਰਦੇ 'ਚ ਵਿਚਾਰ ਲੈ ਬਾਦਸ਼ਾਹ ਕਾਰੂ। ਜੈ ਕੈ ਦੇਖਾ ਸੁਨਾ ਰੁਪਈਆ। ਜਿੱਥੇ ਕਿੱਥੇ ਤੂੰ ਸੁਣਿਆ ਵੀ ਫਲਾਣੀ ਥਾਂ ਤੇ ਰੁਪਈਆ, ਫਲਾਣੀ, ਤੂੰ ਤੇ ਕਬਰਾਂ ਵਿੱਚ ਵੀ ਸੁਣਿਆ ਰੁਪਈਏ ਪਏ ਨੇ। ਜੇ ਕਬਰਾਂ ਵਿੱਚ ਵੀ ਤੈਂ ਸੁਣ ਲਿਆ ਵੀ ਰੁਪਈਏ ਹਨ, ਕਰਿਓ ਜ਼ੋਰ ਤੈਂ ਲੀਨ ਖੁਸਈਆ। ਤੂੰ ਆਪਣੇ ਜ਼ੋਰ ਨਾਲ ਉੱਥੋਂ ਵੀ ਖੋਹ ਲਿਆ। ਜਿਹਦੇ ਕੋਲ ਸੁਣਿਆ ਰੁਪਈਆ ਉੱਥੋਂ ਖੋਹ ਲਿਆ ਆਪਣੇ ਜ਼ੋਰ ਨਾਲ। ਕਲਮਲ ਪੁੰਜ ਕੀਨ ਸਭ ਗੰਜੰ। ਤੂੰ ਸਾਰੀ ਜ਼ਿੰਦਗੀ ਪਾਪ ਕਰਕੇ
ਇਹ ਧਨ ਜੋੜ ਕੇ ਗੰਜ ਇਕੱਠੇ ਕੀਤੇ ਹਨ। ਸੰਗ ਨ ਚਲਈ ਰਾਖਤ ਸੰਜਮ, ਜੋ ਇਕੱਠਾ ਕੀਤਾ ਹੈ, ਹੁਣ ਤਾਈਂ ਇਹ ਤੇਰੇ ਨਾਲ ਨਹੀਂ ਜਾਣਾ ਬਾਦਸ਼ਾਹ ਕਾਰੂ। ਹੁਣ ਇੱਥੇ ਹੀ ਧਰਿਆ ਧਰਾਇਆ ਰਹਿ ਜਾਣਾ ਸਭ ਕੁਝ। ਜੇ ਕਰ ਚਾਹਤ ਆਪਨ ਨੀਕਾ, ਜੇ ਬਾਦਸ਼ਾਹ ਤੂੰ ਚਾਹੁੰਦਾ ਤੇਰਾ ਭਲਾ ਹੋਵੇ, ਜੇ ਤੂੰ ਚਾਹੁੰਦਾ ਤੇਰੀ ਕਲਿਆਣ ਹੋਵੇ, ਹਾਲੇ ਵੀ ਵੇਲਾ ਹੈ, ਕਿਉਂਕਿ ਜਦੋਂ ਤੱਕ ਇੱਕ ਘੱਟ 'ਚ ਸਾਹ ਚੱਲਦੇ ਆ ਉਦੋਂ ਤੱਕ ਬੰਦੇ ਕੋਲ ਸਮਾਂ ਹੈ। ਮਹਾਰਾਜ ਜੀ ਕਹਿੰਦੇ ਹਾਲੇ ਵੀ ਤੇਰੇ ਕੋਲ ਵੇਲਾ, ਜੇ ਤੂੰ ਚਾਹੁੰਦਾ ਤੇਰੀ ਕਲਿਆਣ ਹੋਵੇ, ਤੇਰਾ ਭਲਾ ਹੋਵੇ। ਤਜੋ ਖਸੋਟਨ ਨਰ ਸਭ ਹੀ ਕਾ, ਲੋਕਾਂ ਕੋਲੋਂ ਖੋਣਾ ਬੰਦ ਕਰ ਦੇ, ਖਸੋਟਣਾ ਬੰਦ ਕਰ ਦੇ। ਮਾਨ ਬਚਨ ਜ਼ੁਲਮੀ ਪਰ ਹਰੀਏ, ਸਾਡਾ ਬਚਨ ਮੰਨ ਕੇ ਆ ਜ਼ੁਲਮ ਕਰਨੇ ਛੱਡ ਦੇ, ਇਹਨਾਂ ਜ਼ੁਲਮਾਂ ਦਾ ਤਿਆਗ ਕਰ ਦੇ ਜੋ ਲੋਕਾਂ ਤੇ ਕਰ ਰਿਹਾ। ਜੇ ਨੈ ਮਾਨੋ ਦੋਜ਼ਕ ਪਰੀਏ, ਤੇ ਜੇ ਨਾ ਮੰਨੇਗਾ ਹੁਣ ਵੀ ਤਾਂ ਫਿਰ ਦੋਜਕਾਂ ਦੀ ਅੱਗ ਵਿੱਚ ਸੜੇਗਾ। ਕਈ ਕੋਸ ਅਗਨੀ ਕੇ ਮਾਈ, ਫਿਰ ਕਈ ਕੋਹਾਂ ਤੱਕ ਜਿਹੜੀ ਅੱਗ ਬਲਦੀ ਆ ਪ੍ਰਚੰਡ, ਉਹਦੇ ਵਿੱਚ ਟੁਰਨਾ ਪਵੇਗਾ। ਜੈ ਖੈਚਿਤ ਜਮ ਦੂਤ ਫਿਰਾਈ, ਜਿੱਥੇ ਜਮ ਕਈ ਕੋਹਾਂ ਦੀ ਅੱਗ ਦੇ ਵਿੱਚ ਖਿੱਚੀ ਫਿਰਦੇ ਆ, ਧੂਈ ਫਿਰਦੇ ਆ, ਔਰ ਇਹਨੂੰ ਫਿਰ ਸ਼ਾਂਤੀ ਨਹੀਂ ਮਿਲਣੀ, ਟਿਕਾ ਨਹੀਂ ਮਿਲਣਾ। ਦੋਹਰਾ ਦਰਸ਼ਨ ਕਰ ਪੁਨ ਬਚਨ ਸੁਨ, ਭਇਓ ਮੋਮ ਦਿਲ ਸੋਏ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਮਹਾਰਾਜ ਜੀ ਦੇ ਦਰਸ਼ਨ ਬਾਦਸ਼ਾਹ ਕਾਰੂ ਨੇ ਕੀਤੇ ਤੇ ਫਿਰ ਬਚਨ ਸੁਣੇ। ਦਰਸ਼ਨ ਕਰਕੇ ਤੇ ਬਚਨ ਸੁਣ ਕੇ ਬਾਦਸ਼ਾਹ ਕਾਰੂ ਦਾ ਦਿਲ ਮੋਮ ਹੋ ਗਿਆ। ਗੁਰੂ ਸਾਹਿਬ ਦੇ ਦਰਸ਼ਨ, ਗੁਰੂ ਸਾਹਿਬ ਦੇ ਬਚਨ ਦੋਵੇਂ ਅਸਰ ਕਰ ਰਹੇ ਨੇ। ਬਾਦਸ਼ਾਹ ਕਾਰੂ ਦਾ ਦਿਲ ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਦਰਸ਼ਨ ਕਰਕੇ ਮੋਮ ਹੋ ਗਿਆ, ਯਾਨੀ ਕਿ ਦਇਆ ਆ ਗਈ। ਆਗੇ ਸ਼੍ਰੀ ਗੁਰ ਕੇ ਤਬੇ ਬੋਲਿਓ ਆਜ਼ਜ਼ ਹੋਏ। ਆਜ਼ਜ਼ ਹੋ ਕੇ, ਫਰਿਆਦੀ ਹੋ ਕੇ, ਦੁਖੀ ਹੋ ਕੇ ਦੋਵੇਂ ਹੱਥ ਜੋੜ ਕੇ ਬੋਲਿਆ ਬਾਦਸ਼ਾਹ ਕਾਰੂ। ਸਤਿਗੁਰਾਂ ਦੇ ਸਾਨਮੁਖ ਕਹਿਣ ਲੱਗਾ, ਜੋ ਪਈ ਜਿਉ ਬੀਤੀ ਬੀਤੀ ਪਛਾਤੀ। ਏ ਗਰੀਬ ਨਵਾਜ, ਜਿਵੇਂ ਪਹਿਲਾਂ ਬੀਤੀ ਸੋ ਬੀਤ ਗਈ, ਹੁਣ ਬੀਤੀ ਹੋਈ ਨੂੰ ਮੈਂ ਮੁੜ ਕੇ ਆਪਣੇ ਜੀਵਨ 'ਚ ਨਹੀਂ ਲਿਆ ਸਕਦਾ। ਜੋ ਬੀਤ ਗਿਆ ਉਹਨੂੰ ਮੈਂ ਹੁਣ ਨਹੀਂ ਬਦਲ ਸਕਦਾ, ਉਹਨੂੰ ਹੁਣ ਮੈਂ ਨਹੀਂ ਤਬਦੀਲ ਕਰ ਸਕਦਾ। ਅਬ ਉਪਦੇਸ਼ ਦਿਓ ਪਲ ਭਾਂਤੀ। ਮਹਾਰਾਜ ਕਿਰਪਾ ਕਰੋ, ਜਿਹੜੀ ਰਹਿ ਗਈ ਹੈ ਆਉਣ ਵਾਲੇ ਸਮੇਂ ਦੀ ਜ਼ਿੰਦਗੀ, ਉਹਦੇ ਵਾਸਤੇ ਆਪ ਜੀ ਭਲਾ ਉਪਦੇਸ਼ ਦੇ ਕੇ ਮੇਰਾ ਆਉਣ ਵਾਲਾ ਸਮਾਂ ਸਵਾਰੋ। ਜੋ ਪਿੱਛੇ ਬੀਤ ਗਿਆ ਮਹਾਰਾਜ, ਉਹਨੂੰ ਹੁਣ ਮੈਂ ਬਦਲ ਨਹੀਂ ਸਕਦਾ। ਪਾਛੇ ਜੋ ਬੀਤੀ ਸੋ ਬੀਤੀ। ਮਹਾਰਾਜ ਹੁਣ ਆਉਣ ਵਾਲੀ ਜਿਹੜੀ ਜ਼ਿੰਦਗੀ ਹੈ, ਆਉਣ ਵਾਲਾ ਮੇਰਾ ਜਿਹੜਾ ਜੀਵਨ ਹੈ, ਆਪ ਜੀ ਕਿਰਪਾ ਕਰਕੇ ਉਹਦੇ ਲਈ ਮੈਨੂੰ ਭਲਾ ਉਪਦੇਸ਼ ਦਿਓ ਕਿ ਮੇਰਾ ਜੀਵਨ ਸਵਰ ਜਾਵੇ, ਮੇਰੀ ਜ਼ਿੰਦਗੀ ਸਵਰ ਜਾਵੇ। ਜਿਉ ਨਿਸ਼ਚਾ ਹੋਏ ਪੰਥ ਖੁਦਾਏ, ਮੇਰੇ ਹਿਰਦੇ 'ਚ ਖੁਦਾ ਦੇ ਰਸਤੇ ਦਾ ਨਿਸ਼ਚਾ ਬਣ ਜਾਏ, ਖੁਦਾ ਦੇ ਮਾਰਗ ਦਾ ਨਿਸ਼ਚਾ ਬਣ ਜੇ, ਐਸਾ ਉਪਦੇਸ਼ ਬਖਸ਼ੋ। ਸੋ ਵਿਦ ਦੀਜੇ ਮੁਝੇ ਬਤਾਏ। ਮਹਾਰਾਜ ਐਸੀ ਵਿਧੀ ਦੱਸੋ ਮੈਨੂੰ, ਕੋਈ ਐਸਾ ਉਪਦੇਸ਼ ਦ੍ਰਿੜ ਕਰਾਓ ਗਰੀਬ ਨਵਾਜ ਕਿ ਮੇਰਾ ਅੱਗਾ ਪਰਲੋਕ ਸਬਰ ਜਾਵੇ। ਰਹੇ ਸਦੀਵ ਈਰਖਾ ਮਨ ਮੈਂ। ਮਹਾਰਾਜ ਸਦੀਵ ਮੇਰੇ ਹਿਰਦੇ 'ਚ ਈਰਖਾ ਤੇ ਦਵੈਸ਼ ਬਣੀ ਰਹਿੰਦੀ ਹੈ। ਮੈਂ ਸਦਾ ਈਰਖਾ ਦੀ ਅੱਗ 'ਚ ਭੁੱਜਦਾ ਹਾਂ, ਸਦਾ ਮੇਰੇ ਹਿਰਦੇ 'ਚ ਦਵੈਸ਼ ਦੀ ਅਗਨੀ ਬਲਦੀ ਰਹਿੰਦੀ ਹੈ। ਜਾਂ ਤੇ ਰਹੋ ਮਗਨ ਮੈਂ ਤਨ ਮੈਂ। ਇਸ ਕਰਕੇ ਮਹਾਰਾਜ ਰਾਤ ਦਿਨ ਮੈਂ ਮਾਇਆ ਤੇ ਧਨ ਦੇ ਵਿੱਚ ਮਗਨ ਰਹਿੰਦਾ ਹਾਂ। ਨਿਸ ਦਿਨ ਮਾਇਆ ਦੇ ਹਿਰਦੇ ਵਿੱਚ, ਮੇਰੇ ਮਨ ਵਿੱਚ ਨਿਸ ਦਿਨ ਮਾਇਆ ਦੀ ਇੱਛਾ ਬਣੀ ਰਹਿੰਦੀ ਹੈ, ਨਿਸ ਦਿਨ ਮਾਇਆ ਕਾਰਣੇ। ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਦੇ ਵਾਸਤੇ ਮੈਂ ਭਜਦਾ ਭਟਕਦਾ ਹਾਂ। ਕਿਸ ਬਿਦ ਲੋਭ ਨਾ ਮਨ ਤੇ ਜਾਏ। ਪਾਤਸ਼ਾਹ ਮਨ ਚੋਂ ਲੋਭ ਨਹੀਂ ਜਾਂਦਾ, ਮੇਰੇ ਹਿਰਦੇ ਚੋਂ ਲਾਲਚ ਨਹੀਂ ਜਾਂਦਾ। ਮਹਾਰਾਜ ਰਾਤ ਦਿਨ ਮਨ 'ਚ ਲੋਭ ਤੇ ਲਾਲਚ ਦੀ ਬਿਰਤੀ ਬਣੀ ਰਹਿੰਦੀ ਹੈ। ਮੈਂ ਵੇਖਦਾ ਰਹਿਣਾ ਕਿਵੇਂ ਧਨ ਆਵੇ, ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ। ਮਹਾਰਾਜ ਇਹੋ ਜੀ ਬਿਰਤੀ ਮੇਰੇ ਹਿਰਦੇ ਦੀ ਬਣੀ ਹੋਈ ਹੈ, ਲੋਭ ਤੇ ਲਾਲਚ ਮੇਰੇ ਹਿਰਦੇ 'ਚੋਂ ਨਹੀਂ ਜਾਂਦਾ। ਕਿਉਂ ਕਰ ਜਾਨੋ ਗੈਲ ਖੁਦਾਏ। ਹੁਣ ਜਦੋਂ ਲੋਭ ਤੋਂ ਹੀ ਨਹੀਂ ਮੇਰਾ ਮਨ ਰੱਜਦਾ,
ਤੇ ਫਿਰ ਮੈਂ ਖੁਦਾ ਦਾ ਮਾਰਗ ਕਿਵੇਂ ਜਾਣਾ? ਮੈਂ ਕਿਵੇਂ ਜਾਣਾ ਮਹਾਰਾਜ ਰੱਬ ਦੇ ਘਰ ਦਾ ਮਾਰਗ, ਜਦੋਂ ਹਰ ਵੇਲੇ ਰਾਤ ਦਿਨ ਮਾਇਆ ਕਾਰਣੀ ਦੌੜਿਆ ਫਿਰਦਾ, ਭੱਜਿਆ ਫਿਰਦਾ ਹਾਂ? ਫਿਰ ਮਹਾਰਾਜ ਰੱਬ ਦੇ ਘਰ ਦੇ ਮਾਰਗ ਦੀ ਸੋਝੀ ਮੈਨੂੰ ਕਿਵੇਂ ਹੋਵੇ? ਕਿਰਪਾ ਤਾਰੇ ਅਬ ਕਰੋ ਉਚਾਰਾ। ਮਹਾਰਾਜ ਕੋਈ ਆਪ ਜੀ ਨੇ ਤਰਸ ਕੀਤਾ, ਮੇਰੇ ਕੋਈ ਪੂਰਬਲੇ ਜਨਮ ਦਾ ਹੀ ਚੰਗਾ ਕਰਮ ਹੋਣਾ, ਇਸ ਜ਼ਿੰਦਗੀ 'ਚ ਤਾਂ ਮੈਂ ਕੀਤਾ ਕੋਈ ਨਹੀਂ। ਕਿ ਆਪ ਜੀ ਆਏ ਹੋ ਮਹਾਰਾਜ, ਕਿਰਪਾ ਦੇ ਘਰ ਵਿੱਚ ਆ ਕੇ ਰੀਝੇ ਹੋ, ਤਰਸ ਕਰੋ ਮਹਾਰਾਜ, ਮੇਰੇ ਤੇ ਰਹਿਮਤ ਕਰੋ। ਨਾਸੇ ਮਨ ਕੇ ਸਰਬ ਵਿਕਾਰਾ। ਕਿਰਪਾ ਕਰੋ ਮੇਰੇ ਮਨ ਦੇ ਸਾਰੇ ਵਿਕਾਰ ਨਸ ਜਾਣ। ਮਹਾਰਾਜ ਕਿਰਪਾ ਕਰੋ, ਇਹੋ ਜੀ ਅਵਸਥਾ ਬਖਸ਼ ਦਿਓ। ਗੁਰਬਾਣੀ ਦਾ ਮਹਾਵਾਕ ਹੈ, ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ। ਮਹਾਰਾਜ ਜਦੋਂ ਕਰਤਾ ਘਰ ਆ ਜਾਏ ਉਦੋਂ ਪਾਪ ਸਾਰੇ ਨਸ ਜਾਂਦੇ ਆ, ਨੱਠ ਜਾਂਦੇ ਐ। ਤੁਸੀਂ ਕਰਤਾ ਪੁਰਖੋ ਆ ਗਏ ਹੋ ਮੇਰੇ ਹਿਰਦੇ ਰੂਪੀ ਘਰ ਵਿੱਚ ਦਰਸ਼ਨ ਦੇਣ ਲਈ। ਰਹਿਮਤ ਕਰੋ, ਮੇਰੇ ਅੰਦਰ ਜਿਤਨੇ ਵਿਕਾਰ ਨੇ, ਕਿਲ ਵਿਖ ਨੇ, ਇਹ ਸਾਰੇ ਨੱਠ ਜਾਣ, ਇਹਨਾਂ ਸਾਰਿਆਂ ਪਾਪਾਂ ਦਾ ਨਾਸ ਹੋ ਜਾਵੇ। ਐਸੀ ਦਇਆ, ਐਸਾ ਤਰਸ ਆਪ ਜੀ ਕਿਰਪਾ ਕਰਕੇ ਕਰ ਦਿਓ। ਸੁਨ ਸ਼੍ਰੀ ਨਾਨਕ ਗਿਰਾ ਉਚਾਰੀ। ਜਦੋਂ ਬਾਦਸ਼ਾਹ ਕਾਰੂ ਨੇ ਘਗਿਆ ਕੇ ਗੁਰਦੇਵ ਨੂੰ ਬੇਨਤੀ ਕੀਤੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀ ਬੇਨਤੀ ਨੂੰ ਸੁਣਿਆ। ਦੀਨ ਨਸੀਹਤ ਸਭ ਸੁਖਕਾਰੀ। ਜਦੋਂ ਕੋਈ ਗੁਰੂ ਚਰਨਾਂ 'ਚ ਢਹਿ ਕੇ ਬੇਨਤੀ ਕਰਦਾ ਹੈ, ਸਤਿਗੁਰੂ ਬੇਨਤੀ ਸੁਣਦੇ ਹਨ। ਮਹਾਰਾਜ ਜੀ ਬੇਨਤੀ ਨੂੰ ਸਵਕਾਰਦੇ ਹਨ। ਬਾਦਸ਼ਾਹ ਕਾਰੂ ਦੀ ਬੇਨਤੀ ਸੁਣੀ ਹੈ। ਸੁਣ ਕੇ ਗਰੀਬ ਨਵਾਜ ਪਾਤਸ਼ਾਹ ਬਾਦਸ਼ਾਹ ਨੂੰ ਨਸੀਹਤ ਦੇਣ ਲਈ, ਇਹ ਨਸੀਹਤ ਕੱਲੀ ਬਾਦਸ਼ਾਹ ਕਾਰੂ ਨੂੰ ਨਹੀਂ ਦਿੱਤੀ, ਇਹ ਨਸੀਹਤ ਦੁਨੀਆ ਦੇ ਹਰ ਇੱਕ ਪ੍ਰਾਣੀ ਮਾਤਰ ਨੂੰ ਮਹਾਰਾਜ ਜੀ ਦੇ ਰਹੇ ਹਨ। ਇਹ ਨਸੀਹਤਨਾਮਾ ਵਚਨ ਅੱਗੇ ਸ਼ੁਰੂ ਹੋ ਰਹੇ ਨੇ, ਇਹਨੂੰ ਨਸੀਹਤਨਾਮਾ ਕਹਿੰਦੇ ਨੇ। ਗੁਰੂ ਖਾਲਸਾ ਜੀ, ਇਹ ਨਸੀਹਤਨਾਮਾ ਕੱਲਾ ਕਾਰੂ ਵਾਸਤੇ ਨਹੀਂ ਹੈ। ਸਮੱਸਿਆ ਇਹ ਹੈ ਕਿ ਅਸੀਂ ਇਹ ਸਮਝਦੇ ਹਾਂ ਵੀ ਇਹ ਕੇਵਲ ਫਲਾਣੇ ਵਾਸਤੇ ਬਚਨ ਹੋ ਰਹੇ ਨੇ, ਕਿ ਤਾਂ ਕਾਰੂ ਨੂੰ ਮਹਾਰਾਜ ਜੀ ਕਹਿ ਰਹੇ ਨੇ, ਸਾਡੇ ਵਾਸਤੇ ਥੋੜੀ ਹੈ। ਖਾਲਸਾ ਜੀ, ਕਾਰੂ ਤਾਂ ਬਹਾਨਾ ਹੈ, ਉਹਨੇ ਤਾਂ ਮੁਕਤ ਹੋ ਜਾਣਾ ਦਰਸ਼ਨ ਕਰਕੇ ਹੀ। ਜਿਹੜੇ ਬਚਨ ਹੋ ਰਹੇ ਨੇ ਕਾਰੂ ਨੂੰ ਸੰਬੋਧਨ ਹੋ ਕੇ, ਦਰਅਸਲ ਉਹ ਸਾਡੇ ਸਾਰਿਆਂ ਵਾਸਤੇ ਹਨ, ਸਾਡੇ ਲਈ ਨਸੀਹਤ ਹੈ। ਗੁਰੂ ਨਾਨਕ ਸਾਹਿਬ ਦੀ ਨਸੀਹਤ ਸੁਣੋ ਭਾਈ, ਕਿ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਕੀ ਨਸੀਹਤ ਦਿੰਦੇ ਹੈ, ਕਿਹੜੀਆਂ ਨਸੀਹਤਾਂ ਸਤਿਗੁਰੂ ਜੀ ਸਾਨੂੰ ਬਖਸ਼ਦੇ ਹਨ। ਸਰਵਣ ਕਰੀਏ ਜੀ। ਤਿਲੰਗ ਮਹੱਲਾ ਪਹਿਲਾ। ਕੀਚੇ ਨੇਕ ਨਾਮੀ ਜੋ ਦੇਵੈ ਖੁਦਾਏ। ਇਹ ਗੁਰਬਾਣੀ ਦਾ ਵਾਕ ਨਹੀਂ ਹੈ, ਪਰ ਤਿਲੰਗ ਰਾਗ ਵਿੱਚ ਗਾਇਆ ਸਤਿਗੁਰਾਂ ਨੇ। ਜਨਮ ਸਾਖੀਆਂ ਵਿੱਚ ਇਹ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਤੋ ਤਿਲੰਗ ਰਾਗ ਦੇ ਵਿੱਚ ਪਾਤਸ਼ਾਹ ਨੇ ਨਸੀਹਤਨਾਮਾ ਗਾਵਿਆ। ਕੀਚੈ ਨੇਕ ਨਾਮੀ ਜੋ ਦੇਵੈ ਖੁਦਾਏ। ਮਹਾਰਾਜ ਜੀ ਕਹਿੰਦੇ, ਜੇ ਖੁਦਾ ਦੇਵੇ ਨਾ, ਰੱਬ ਦੇਵੇ, ਤਾਂ ਰੱਬ ਦੀਆਂ ਦਿੱਤੀਆਂ ਦਾਤਾਂ ਨਾਲ ਨੇਕ ਨਾਮੀ ਕਰਨੀ ਚਾਹੀਦੀ ਹੈ, ਬਦੀਆਂ ਨਹੀਂ ਕਰਨੀਆਂ ਚਾਹੀਦੀਆਂ। ਜੇ ਉਹਨੇ ਤੁਹਾਨੂੰ ਦਿੱਤਾ ਤੇ ਉਹਦੇ ਨਾਲ ਨੇਕੀ ਕਰੋ, ਭਲਾ ਕਰੋ, ਪਰਉਪਕਾਰ ਕਰੋ। ਬਾਦਸ਼ਾਹ, ਏਦਾਂ 45 ਗੰਜ ਜੋੜ ਕੇ ਰੱਖਣ ਦੇ ਨਾਲ ਕੀ ਫਾਇਦਾ ਹੋਣਾ? ਜ਼ਖਮ ਹੋਇਆਂ ਤੇ ਇਹਨੂੰ ਪੀਸ ਕੇ ਉੱਤੇ ਮਲਮ ਦੇ ਵਜੋਂ ਥੋੜੀ ਇਹ ਕੰਮ ਆਉਣੇ ਆ ਵੀ ਉਦੋਂ ਪੀਸ ਕੇ ਉੱਤੇ ਮਲਮ ਵਜੋਂ ਲਾ ਲਵੇਂਗਾ, ਜਾਂ ਛੱਤ ਚੋਵੇਗੀ ਤੇ ਉੱਤੇ ਟੋਕਰੀ ਭਰ ਕੇ ਸੁੱਟ ਲੇਗਾ ਤੇ ਛੱਤ ਚੋਣੋਂ ਬੰਦ ਹੋ ਜਾਏਗੀ। ਇਹ ਤਾਂ ਭਲੇ ਵਾਸਤੇ ਆ ਨਾ। ਜੇ ਖੁਦਾ ਨੇ ਦਿੱਤੀ ਆ ਦਾਤ ਤੇ ਫਿਰ ਨੇਕ ਨਾਮੀ ਕਰੋ, ਭਲੇ ਕਰਮਾਂ ਵਿੱਚ ਇਹਨੂੰ ਲਾਓ। ਜੋ ਦੀਸੇ ਜ਼ਮੀ ਪਰ ਸੋ ਹੋਸੀ ਫਨਾਏ। ਇਹ ਗੱਲ ਯਾਦ ਰੱਖੀ, ਇਸ ਜ਼ਮੀਨ ਤੇ ਜੋ ਕੁਝ ਵੀ ਦਿਸ ਰਿਹਾ ਸਭ ਫਨਾ ਹੋ ਜਾਣਾ। ਇਹ ਨਸੀਹਤਨਾਮੇ ਦੇ ਬੋਲ ਨੇ। ਪੁਰਾਣੇ ਬਜ਼ੁਰਗਾਂ ਨੂੰ ਇਹ ਜ਼ੁਬਾਨੀ ਯਾਦ ਹੁੰਦੇ ਸਨ, ਜਨਮ ਸਾਖੀਆਂ 'ਚ ਪੜ੍ਹਦੇ ਸੀ ਨਾ, ਤੇ ਜ਼ੁਬਾਨੀ ਉਹਨਾਂ ਨੂੰ ਯਾਦ ਹੁੰਦੇ ਸਨ। ਅਕਸਰ ਉਹਨਾਂ ਦੀ ਰਸਨਾ ਦੇ ਉੱਤੇ ਇਹ ਬੋਲ ਹੋਇਆ ਕਰਦੇ ਸਨ ਬਜ਼ੁਰਗਾਂ ਦੇ। ਜਦੋਂ ਦੀਆਂ ਜਨਮ ਸਾਖੀਆਂ ਬਜ਼ੁਰਗਾਂ ਦੇ ਹੱਥੋਂ ਛੁੱਟੀਆਂ ਹਨ, ਉਦੋਂ ਦਾ ਗੁਰੂ ਖਾਲਸਾ ਜੀ ਪਤਤ ਪੁਣਾ ਪੰਜਾਬ ਦੀ ਧਰਤੀ ਤੇ ਵਧਣ ਲੱਗਾ ਹੈ। ਜਦੋਂ ਦੀਆਂ ਜਨਮ ਸਾਖੀਆਂ ਬਜ਼ੁਰਗਾਂ ਦੇ ਹੱਥੋਂ ਛੁੱਟੀਆਂ
ਤਾਸ਼ਾਂ ਨੇ ਲੈ ਲਈਆਂ, ਉਹ ਜਗ੍ਹਾ ਤਾਸ਼ਾਂ ਨੇ ਲੈ ਲਈ। ਪਿੰਡਾਂ ਦੀਆਂ ਸੱਥਾਂ ਵਿੱਚ ਜਦੋਂ ਜਨਮ ਸਾਖੀਆਂ ਪੜ੍ਹਦੀਆਂ ਬੰਦ ਹੋਈਆਂ ਤੇ ਤਾਸ਼ਾਂ ਲੈ ਕੇ ਸੀਪਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ, ਉਦੋਂ ਦਾ ਪਤਤਪੁਣਾ ਪੰਜਾਬ 'ਚ ਵਧਿਆ ਹੈ। ਉਦੋਂ ਦੀ ਗਰਕੀ ਵਾਲੇ ਪਾਸੇ ਜਾਣ ਲੱਗੇ ਹਾਂ। ਤੋ ਪੁਰਾਣੇ ਬਜ਼ੁਰਗਾਂ ਨੂੰ ਜਨਮ ਸਾਖੀਆਂ ਨਾਲੇ ਨਸੀਹਤਨਾਮਾ ਯਾਦ ਹੁੰਦਾ ਸੀ, ਚੇਤੇ ਹੁੰਦਾ ਸੀ। ਮਹਾਰਾਜ ਜੀ ਫਰਮਾਉਂਦੇ ਹੈ, ਜੋ ਇਸ ਦੁਨੀਆ ਤੇ ਜ਼ਿਮੀ ਤੇ ਨਜ਼ਰ ਆਉਂਦਾ ਹੈ, ਹੇ ਬਾਦਸ਼ਾਹ ਕਾਰੂ, ਇਹ ਸਭ ਕੁਝ ਫਨਾ ਹੋ ਜਾਣ ਵਾਲਾ। ਦਾਇਮ ਵਾ ਦੌਲਤ ਕਸੇ ਬੇਸੁਮਾਰ। ਆ ਜਿਤਨਾ ਵੀ ਇਹ ਸੰਸਾਰ ਦੀ ਦੌਲਤ ਹੈ, ਜੋ ਹਮੇਸ਼ਾ ਬੰਦਾ ਬੇਸ਼ੁਮਾਰ ਕਰਕੇ ਆਪਣੇ ਕੋਲ ਇਕੱਠੀ ਕਰਦਾ, ਨਾ रहेंगे ਕਰੋੜੀ ਨਾ रहेंगे ਹਜ਼ਾਰ। ਮਹਾਰਾਜ ਜੀ ਕਹਿੰਦੇ ਚਾਹੇ ਕਰੋੜਾਂ ਇਕੱਠੇ ਕੀਤੇ ਆ ਤੇ ਚਾਹੇ ਹਜ਼ਾਰਾਂ ਇਕੱਠੇ ਕੀਤੇ ਆ, ਨਾ ਕਰੋੜਾਂ ਰਹਿਣੇ ਆ ਤੇ ਨਾ ਹੀ ਹਜ਼ਾਰਾਂ ਰਹਿਣੇ ਹਨ। ਦਮੜਾਤੀ ਸੀ ਕਾ ਜੋ ਖਰਚੇ ਅਰ ਖਾਏ। ਇਹ ਦਮੜਾ ਉਸੇ ਦਾ ਜਿਹੜਾ ਇਹਨੂੰ ਖਰਚ ਲਵੇ, ਖਾ ਲਵੇ। ਜਿਹੜਾ ਜੋੜ ਕੇ ਰੱਖ ਗਿਆ ਉਹ ਤਾਂ ਅਗਲੇ ਨੇ ਕਿਸੇ ਹੋਰ ਨੇ ਸਾਂਭਣਾ। ਜਿਹੜਾ ਤੈਂ ਖਰਚ ਲਿਆ, ਜਿਹੜਾ ਤੈਂ ਖਾ ਲਿਆ, ਉਹੀ ਤੇਰਾ ਨਾ। ਜਿਹੜਾ ਤੈਂ ਆਪਣੇ ਤਨ ਤੇ ਲਾ ਲਿਆ, ਜਿਹੜਾ ਜੋੜ ਕੇ ਰੱਖ ਲਿਆ, ਉਹ ਖਬਰੇ ਉਹਦਾ ਮਾਲਕ ਕੌਣ ਬਣੇ, ਕੌਣ ਉਹਦਾ ਵਾਰਸ ਆ ਕੇ ਆਪਣੇ ਆਪ ਨੂੰ ਸਦਾਵੇ ਦਾਅਵੇਦਾਰ ਹੋਵੇ। ਇਸ ਕਰਕੇ ਪਾਤਸ਼ਾਹ ਕਹਿੰਦੇ ਦਮੜਾ ਉਸੇ ਦਾ ਜਿਹੜਾ ਖਰਚੇ ਤੇ ਖਾਵੇ। ਗੁਰੂ ਅਮਰਦਾਸ ਸਾਹਿਬ ਜੀ ਘੜਿਆਂ ਚੋਂ ਪਾਣੀ ਵੀ ਡਲਵਾ ਕੇ ਮੂਧੇ ਮਰਵਾ ਦਿੰਦੇ ਕਿ ਭਾਈ ਪਰਮੇਸ਼ਰ ਕੱਲ ਦਿਨ ਚੜ੍ਹੇਗਾ, ਹੋਰ ਭੇਜੇਗਾ, ਜਿੰਨਾ ਹੋਣਾ ਸਾਰਾ ਇੱਕੋ ਦਿਨ 'ਚ ਖਰਚ ਕਰ ਲੈਣਾ। ਪਾਤਸ਼ਾਹ ਕਹਿੰਦੇ ਦਮੜਾ ਉਸੇ ਦਾ ਹੈ ਜਿਹੜਾ ਇਹਨੂੰ ਖਰਚੇ ਤੇ ਖਾਵੇ। ਵਿਦੇਸ਼ਾਂ ਵਿੱਚ ਗੁਰੂ ਖਾਲਸਾ ਜੀ ਸੁਣਨ 'ਚ ਆਉਂਦਾ ਹੈ ਕਿ ਜਿਹੜੇ ਵਿਦੇਸ਼ਾਂ ਦੇ ਲੋਕ ਹਨ, ਜਿਹੜੇ ਆਪਣੇ ਉੱਧਰ ਗਏ ਨੇ, ਉਹਨਾਂ ਦੀ ਮੈਂ ਗੱਲ ਨਹੀਂ ਕਰਦਾ, ਉਹ ਤਾਂ ਇੱਥੋਂ ਵੀ ਉੱਥੇ ਹੀ, ਇੱਥੋਂ ਜਾ ਕੇ ਉੱਥੇ ਵੀ ਬਿਰਤੀ ਉਹਨਾਂ ਦੀ ਵੈਸੀ ਹੈ। ਜਿਹੜੇ ਉੱਥੋਂ ਦੇ ਲੋਕ ਨੇ ਉਹ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਕਰਦੇ, ਸ਼ਨੀ ਐਤਵਾਰ ਨੂੰ ਆਪਣਾ ਸਾਰਾ ਕੁਝ ਸਮਾਪਤ ਕਰ ਲੈਂਦੇ। ਸੋਮਵਾਰ ਕਈ ਵਾਰ ਗੱਡੀਆਂ 'ਚ ਤੇਲ ਪਵਾਉਣ ਵਾਸਤੇ ਵੀ ਉਧਾਰੇ ਮੰਗ ਕੇ ਲੈ ਕੇ ਜਾਂਦੇ। ਮੈਂ ਇਹ ਨਹੀਂ ਕਹਿੰਦਾ ਕਿ ਸ਼ਨੀ ਐਤਵਾਰ ਜਿਵੇਂ ਉਹ ਉਜਾੜਦੇ ਹਨ ਨਸ਼ੇ ਖੋਰੀਆਂ ਦੇ ਵਿੱਚ, ਪੱਬਾਂ ਕਲੱਬਾਂ ਦੀ ਗਾਤ, ਪਰ ਇੱਕ ਬਿਰਤੀ ਤਾਂ ਹੈ ਉਹਨਾਂ ਵਿੱਚ, ਜੋੜਨ ਦੀ ਇੱਛਾ ਤਾਂ ਨਹੀਂ। ਪਰ ਉਹਨਾਂ ਨੂੰ ਇੱਕ ਸਰਕਾਰਾਂ ਵੱਲੋਂ ਵੀ ਸਹੂਲਤ ਹੈ ਕਿ ਜੇ ਜਦੋਂ 60 ਸਾਲ ਦੇ ਹੋ ਗਏ, ਉਹਨਾਂ ਨੂੰ ਪਤਾ ਵੀ ਹੁਣ ਸਾਡੀ ਜ਼ਿੰਦਗੀ ਜਿਹੜੀ ਸਾਡੀ ਦਵਾਈ ਹੈ, ਦਵਾਈ ਬੂਟੀ ਹੈ, ਰਹਿਣ ਸਹਿਣ ਦਾ ਖਰਚਾ, ਨੌਕਰ ਚਾਕਰ ਸਰਕਾਰ ਵੱਲੋਂ ਮਿਲਨੇ ਆ। ਸਾਡਿਆਂ ਨੂੰ ਇਹ ਹੁੰਦਾ ਵੀ ਬਾਅਦ ਵਿੱਚ ਬਜ਼ੁਰਗੀ ਨੇ ਕਿਸੇ 'ਚ ਪੁੱਛਣਾ ਨਹੀਂ ਹੈ, ਉਦੋਂ ਵਾਸਤੇ ਜੋੜੋ। ਉਹਨੂੰ ਜੋੜਦਿਆਂ 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 ਜ਼ਿੰਦਗੀ ਬਜ਼ੁਰਗੀ ਤੋਂ ਪਹਿਲਾਂ ਹੀ ਸਮਾਪਤ ਹੋ ਜਾਂਦੀ ਹੈ। ਸੋ ਇਹੋ ਜਿਹਾ ਮਾਹੌਲ, ਇਹੋ ਜਿਹਾ ਸੁਭਾਅ ਜਿਹੜਾ ਹੈ ਉਹ ਬਣਿਆ ਹੋਇਆ। ਖੈਰ, ਦਮੜਾ ਤਿਸੀ ਕਾ ਜੋ ਖਰਚੇ ਅਰ ਖਾਵੇ। ਮਹਾਰਾਜ ਜੀ ਕਹਿੰਦੇ ਦਮੜਾ ਉਸੇ ਦਾ ਹੈ ਜਿਹੜਾ ਇਹਨੂੰ ਖਰਚ ਲਵੇ ਤੇ ਖਾ ਲਵੇ। ਦੇਵੈ ਦਿਲਾਵੇ ਰਜ਼ਾਵੇ ਖੁਦਾਈ। ਦੇਵੈ ਦਿਲਾਵੇ, ਕਹਿੰਦੇ ਦੇਵੇ, ਤਾਨ ਕਰੇ, ਦੂਜਿਆਂ ਨੂੰ ਵੀ ਪ੍ਰੇਰੇ ਕਿ ਭਾਈ ਦਿਲਾਵੇ ਕਿਸੇ ਦੇ ਕੋਲੋਂ, ਰਜਾਵੇ ਖੁਦਾਏ, ਖੁਦਾ ਦੇ ਨਿਮਿਤ ਲੋਕਾਂ ਨੂੰ ਰਜਾਵੇ, ਆਪਣੇ ਸਾਥੀਆਂ ਨੂੰ, ਆਪਣੇ ਨਾਲਦਿਆਂ ਨੂੰ ਰਜਾਵੇ। ਕੱਲਾ ਆਪ ਹੀ ਨਾ ਆਪਣੇ ਘਰ ਭਰੀ ਜਾਵੇ, ਆਪਣੇ ਨਾਲਦਿਆਂ ਨੂੰ ਵੀ ਆਪਣੇ ਬਰਾਬਰ ਸક્ષਮ ਕਰੇ। ਗੁਰੂ ਖਾਲਸਾ ਜੀ, ਇਹ ਪ੍ਰਵਿਰਤੀ ਕਿਤੇ ਮਨੁੱਖ ਦੇ ਵਿੱਚ ਆ ਜਾਵੇ ਕਿ ਮੇਰੇ ਨਾਲ ਦੇ ਵੀ ਮੇਰੇ ਬਰਾਬਰ ਸક્ષਮ ਹੋਣ। ਘੱਟੋ ਘੱਟ ਇੱਕ ਸਿੱਖ ਨੂੰ ਸਿੱਖ ਪ੍ਰਤੀ ਇਹ ਸੋਚਣਾ ਚਾਹੀਦਾ ਹੈ। ਦੂਜਿਆਂ ਵਾਸਤੇ ਉਦੋਂ ਸੋਚਾਂਗੇ ਜਦੋਂ ਸਾਡੇ ਸਾਰੇ ਸਿੱਖ ਭਾਈਚਾਰੇ ਦੇ ਜਿੰਨੇ ਸਿੱਖ ਨੇ ਉਹ ਸક્ષਮ ਹੋ ਜਾਣ, ਫਿਰ ਦੂਜਿਆਂ ਵਾਸਤੇ ਸੋਚ ਲਵਾਂਗੇ। ਗੁਰੂ ਖਾਲਸਾ ਜੀ ਮਹਾਰਾਜ ਜੀ ਕਹਿੰਦੇ ਦੇਵੇ ਦਿਲਾਵੇ ਕਿਸੇ ਕੋਲੋਂ, ਖਰਚੇ, ਖਰਚੇ ਤੇ ਕਾਹਦੇ ਨਿਮਿਤ ਖਰਚੇ ਰਜਾਵੇ? ਖੁਦਾ ਦੇ ਨਿਮਿਤ, ਪਰਮੇਸ਼ਰ ਦੇ ਨਿਮਿਤ। ਹੋਤਾ ਨਾ ਰਾਖੇ ਇਕੇਲਾ ਨਾ ਖਾਏ। ਹੁੰਦਾ ਹੋਇਆ ਨਾ ਰੱਖੇ, ਇਕੱਲਾ ਨਾ ਖਾਵੇ, ਵੰਡ ਕੇ ਛਕਣ ਦੀ ਬਿਰਤੀ ਬਣਾਵੇ। ਗੁਰੂ ਨਾਨਕ ਸਾਹਿਬ ਦੇ 13 ਸੂਤਰੀ ਪ੍ਰੋਗਰਾਮ ਚੋਂ ਇੱਕ ਪ੍ਰੋਗਰਾਮ ਗੁਰੂ ਨਾਨਕ ਸਾਹਿਬ ਨੇ ਦਿੱਤਾ ਵੰਡ ਕੇ ਛਕਣ ਦਾ। ਹੋਤਾ ਨਾ ਖਾਏ, ਅਕੇਲਾ ਨਾ, ਹੋਤਾ ਨਾ ਰੱਖੇ, ਅਕੇਲਾ ਨਾ ਖਾਏ। ਹੁੰਦਾ ਹੋਇਆ ਕੱਲਾ ਆਪਣੇ ਕੋਲ ਰੱਖ ਕੇ ਨਾ ਖਾਵੇ, ਵੰਡ ਕੇ ਖਾਣ ਦੀ ਬਿਰਤੀ ਰੱਖੇ।
ਵੰਡ ਛਕਣ ਦਾ ਸੁਭਾਅ ਬਣਾਵੇ। ਤਹਿਕੀਕ ਦਿਲ ਦਾਨੀ ਵਾਹੀ ਪਿਸਤ ਜਾਏ। ਪਾਤਸ਼ਾਹ ਕਹਿੰਦੇ ਜਿਹੜੇ ਇਦਾਂ ਚੱਲਦੇ ਆ ਨਾ, ਵੰਡ ਕੇ ਛਕਦੇ ਆ, ਇਸ ਗੱਲ ਨੂੰ ਨਿਸ਼ਚੇ ਤੌਰ ਤੇ ਆਪਣੇ ਦਿਲ 'ਚ ਪੱਕੇ ਤੌਰ ਤੇ ਜਾਣ ਲਓ। ਤਹਿਕੀਕ ਦਿਲ ਦਾਨੀ, ਪੱਕੇ ਤੌਰ ਤੇ ਇਸ ਗੱਲ ਨੂੰ ਆਪਣੇ ਹਿਰਦੇ 'ਚ ਨਿਸ਼ਚੇ ਕਰਕੇ ਜਾਣ ਲਓ। ਵਹੀ ਭਿਸਤ ਜਾਏ। ਹੇ ਬਾਦਸ਼ਾਹ ਕਾਰੂ, ਉਹੀ ਬਹਿਸ਼ਤ ਨੂੰ ਜਾਂਦੇ ਨੇ ਜਿਹੜੇ ਇਦਾਂ ਚੱਲਦੇ ਆ, ਜਿਨ੍ਹਾਂ ਦੇ ਬਾਬਤ ਉੱਪਰ ਦੱਸਿਆ। ਜਿਹੜੇ ਵੰਡ ਕੇ ਛਕਦੇ ਆ, ਪਾਤਸ਼ਾਹ ਕਹਿੰਦੇ ਉਹੀ ਬਹਿਸ਼ਤ ਨੂੰ ਜਾਂਦੇ ਹਨ। ਕੀਚੇ ਤਵਜਿਆ ਨਾ ਕੀਚੇ ਗੁਮਾਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਦਰ ਕਰਿਆ ਕਰੋ ਸਭ ਦਾ। ਤਵੱਜਿਆ ਆਪਾਂ ਕਹਿੰਦੇ ਤਵੱਜੋਂ ਦੇਵੋ। ਤਵੱਜਿਆ ਮਤਲਬ ਕਿਸੇ ਨੂੰ ਆਦਰ ਦੇਣਾ, ਕਿਸੇ ਦਾ ਧਿਆਨ ਨਾਲ ਗਹੁ ਨਾਲ ਧਿਆਨ ਰੱਖਣਾ। ਮਹਾਰਾਜ ਜੀ ਕਹਿੰਦੇ ਆਦਰ ਕਰੋ, ਸਭ ਪਰਮੇਸ਼ਰ ਦੇ ਬੰਦੇ ਹਨ। ਨਾ ਕੀਚਾ ਗੁਮਾਨ, ਆਦਰ ਕਰੋ, ਗੁਮਾਨ ਨਾ ਕਰੋ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਨਹੀਂ, ਕਿਸੇ ਬੰਦੇ ਨੂੰ ਮੈਂ ਬੰਦਾ ਨਹੀਂ ਸਮਝਦਾ। ਕਈ ਕਹਿੰਦੇ ਸੁਣੀਦੇ ਨੇ, ਮੈਂ ਤਾਂ ਬੰਦੇ ਨੂੰ ਬੜਾ ਨਹੀਂ ਸਮਝਦਾ। ਇਸ ਗੁਮਾਨ 'ਚ ਹੀ ਕਈ ਟੁਰੇ ਫਿਰਦੇ ਆ, ਜਿਹੜੇ ਬੰਦੇ ਨੂੰ ਬੰਦਾ ਹੀ ਨਾ ਸਮਝਣ, ਫਿਰ ਉਹ ਆਪ ਕਾਹਦੇ ਬੰਦੇ ਹੋਏ ਭਾਈ। ਪਾਤਸ਼ਾਹ ਕਹਿੰਦੇ ਗੁਮਾਨ ਨਾ ਕਰੋ, ਆਦਰ ਕਰੋ, ਸਭ ਵਿੱਚ ਪਰਮੇਸ਼ਰ ਦੀ ਜੋਤ ਹੈ। ਬਾਦਸ਼ਾਹ ਕਾਰੂ, ਤੂੰ ਗੁਮਾਨ ਕਰਦਾ ਹੈ, ਰੱਬ ਦੇ ਬਣਾਏ ਬੰਦਿਆਂ ਦਾ ਆਦਰ ਨਹੀਂ ਕਰਦਾ, ਉਹਦੇ ਬਣਾਏ ਬੰਦਿਆਂ ਦਾ ਸਨਮਾਨ ਨਹੀਂ ਕਰਦਾ, ਆਪਣੇ ਗੁਮਾਨ 'ਚ ਟੁਰਿਆ ਫਿਰਦਾ। ਏਦਾਂ ਗੁਮਾਨ ਨਹੀਂ ਕਰੀਦਾ। ਇਹ ਗੁਮਾਨ ਆਪਣੇ ਹਿਰਦੇ 'ਚੋਂ ਤਿਆਗ ਦੇ। ਨਾ ਰਹਿਸੀ ਇਹ ਦੁਨੀਆ, ਨਾ ਰਹਿਸੀ ਦੀਵਾਨ। ਆਹ ਦੁਨੀਆ ਵੀ ਨਹੀਂ ਰਹਿਣੀ, ਤੇ ਆ ਜਿਹੜੇ ਤੇਰੇ ਦੀਵਾਨ ਸਜਦੇ ਆ, ਮਜਲਸਾਂ ਲੱਗਦੀਆਂ ਨੇ, ਵਜ਼ੀਰ ਬਹਿੰਦੇ ਆ, ਤੈਨੂੰ ਸਲਾਮਾਂ ਹੁੰਦੀਆਂ, ਪਾਤਸ਼ਾਹ ਕਹਿੰਦੇ ਇਹ ਵੀ ਨਹੀਂ ਰਹਿਣੀਆਂ। ਨਾ ਦੁਨੀਆ ਰਹਿਣੀ ਹੈ, ਨਾ ਤੇਰੇ ਸਜੇ ਦੀਵਾਨ ਰਹਿਣੇ ਹਨ। ਹਾਥੀ ਵਾ ਘੋੜੇ ਵਾ ਲਸ਼ਕਰ ਹਜ਼ਾਰ। ਆ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਹਾਥੀ ਨੇ, ਘੋੜੇ ਨੇ, ਹਜ਼ਾਰਾਂ ਦੀ ਗਿਣਤੀ 'ਚ ਤੇਰੇ ਕੋਲ ਲਸ਼ਕਰ ਹੈ ਫੌਜਾਂ ਦਾ। ਹੋਵੇਂਗੇ ਗਰਕ ਕੱਛ ਲਾਗੇ ਨਾ ਬਾਰ। ਇਹ ਸਭ ਕੁਝ ਗਰਕ ਹੋ ਜਾਣਾ। ਇਹਦੇ ਗਰਕ ਹੁੰਦਿਆਂ ਬਾਰ ਕਹਿੰਦੇ ਦੇਰੀ ਨਹੀਂ ਲੱਗਣੀ। ਇਹਨਾਂ ਦੇ ਗਰਕ ਹੁੰਦਿਆਂ ਨਾ ਲਾਗਾ ਬਾਰ, ਦੇਰੀ ਨਹੀਂ ਲੱਗਣੀ। ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ। ਪਾਤਸ਼ਾਹ ਕਹਿੰਦੇ ਦੁਨੀਆ ਦਾ ਮੋਹਿਆ ਹੋਇਆ ਮਨੁੱਖ ਕਹਿੰਦਾ ਮੇਰਾ ਮੁਲਕ, ਮੇਰਾ ਦੇਸ਼, ਮੇਰਾ ਰਾਜ ਭਾਗ, ਮੈਂ ਇੱਥੋਂ ਦਾ ਮਾਲਕ। ਦੁਨੀਆ ਦਾ ਮੋਹਿਆ ਹੋਇਆ ਮਨੁੱਖ ਇਹੀ ਕਹਿੰਦਾ ਰਾਜਾ, ਬਾਦਸ਼ਾਹ ਇਹੀ ਸੋਚਦੇ ਆ ਵੀ ਮੇਰਾ ਮੁਲਕ ਹੈ। ਕਿੰਨੇ ਨੇ ਜਿਹੜੇ ਪਹਿਲਾਂ ਕਹਿ ਕਹਿ ਕੇ ਚਲੇ ਗਏ ਮੇਰਾ ਮੁਲਕ ਹੈ। ਆ ਜਿਹੜੀਆਂ ਧਰਤੀਆਂ ਦੇ ਅੱਜ ਅਸੀਂ ਮਾਲਕ ਹਾਂ, ਜਿਹੜੇ ਪਲਾਟ, ਜਿਹੜੀਆਂ ਜ਼ਮੀਨਾਂ ਅੱਜ ਨੇ ਸਾਡੇ ਪਾਸ, ਹੁਣ ਅਸੀਂ ਕਹਿੰਦੇ ਆ ਮੇਰਾ ਹੈ। ਸਾਡੇ ਤੋਂ ਪਹਿਲਾਂ ਕਿੰਨੇ ਹੋ ਕੇ ਚਲੇ ਗਏ ਹੋਣਗੇ ਉਸੇ ਧਰਤੀ ਤੇ ਖਲੋ ਕੇ, ਉਹ ਵੀ ਇਹੀ ਕਹਿੰਦੇ ਹੋਣੇ ਆ ਇਹ ਮੇਰਾ ਹੈ। ਉਹ ਵੀ ਕਹਿੰਦੇ ਹੋਣੇ ਆ ਖਬਰਦਾਰ ਹੋਏ ਜੇ ਮੇਰੇ ਬੰਨੇ ਤੋਂ ਵੱਟ ਤੋਂ ਪੈਰ ਪਾ ਕੇ ਲੰਘਿਆ। ਪਹਿਲਾਂ ਬੜੇ ਹੋ ਕੇ ਚਲੇ ਗਏ ਹੋਣੇ ਹੈ। ਇਹ ਬੰਦੇ ਹੀ ਚਲੇ ਗਏ, ਧਰਤੀ ਤਾਂ ਉੱਥੇ ਹੀ ਪਈ ਹੈ ਟਿਕੀ ਹੋਈ, ਉਹ ਤਾਂ ਨਹੀਂ ਕਿਤੇ ਗਈ। ਮਹਾਰਾਜ ਜੀ ਕਹਿੰਦੇ ਦੁਨੀਆ ਦਾ ਦੀਵਾਨਾ ਮਨੁੱਖ ਇਹ ਕਹਿੰਦਾ ਮੁਲਕ ਮੇਰਾ ਹੈ, ਮੈਂ ਇਸ ਮੁਲਕ ਦਾ ਮਾਲਕ ਹਾਂ। ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਬਾਦਸ਼ਾਹ ਕਹਿੰਦੇ ਜਦੋਂ ਸਿਰ ਤੇ ਮੌਤ ਆਈ ਤਾਂ ਬਾਦਸ਼ਾਹ ਕਾਰੂ ਨਾ ਮੇਰਾ ਤੇ ਨਾ ਤੇਰਾ। ਹੁਣ ਕਹਿੰਦਾ ਇਹ ਮੇਰਾ ਮੁਲਕ ਆ, ਤੇਰਾ ਮੁਲਕ। ਜਦੋਂ ਤੱਕ ਦੁਨੀਆ ਦਾ ਦੀਵਾਨਾ ਹੋਇਆ ਫਿਰਦਾ ਹੈ ਉਦੋਂ ਤੱਕ ਕਹਿੰਦਾ ਇਹ ਮੁਲਕ ਮੇਰਾ, ਮੁਲਕ ਤੇਰਾ, ਮੇਰੇ ਰਾਜ ਦੀ ਹੱਦ ਆ, ਤੇਰੇ ਰਾਜ ਦੀ ਹੱਦ। ਬਾਦਸ਼ਾਹ ਕਹਿੰਦੇ ਜਦੋਂ ਮੌਤ ਆਈ ਤਾਂ ਹੇ ਬਾਦਸ਼ਾਹ ਫਿਰ ਇਹ ਨਾ ਮੇਰਾ ਤੇ ਨਾ ਤੇਰਾ ਹੈ। ਦੁਨੀਆ ਕਾ ਦੀਵਾਨਾ ਕਹੈ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ। ਜਦੋਂ ਮੌਤ ਆ ਗਈ ਸਿਰ ਦੇ ਉੱਤੇ, ਕਾਲ ਆ ਗਿਆ, ਫਿਰ ਇਹ ਨਾ ਮੇਰਾ ਤੇ ਨਾ ਤੇਰਾ ਹੈ। ਕੀਤੀ ਗਈ ਦੇਖ ਵਾਜੇ ਵਜਾਏ। ਕਿਤਨੀ ਲੁਕਾਈ ਜਿਹੜੀ ਆਪਣੀ ਸਿਫਤ ਦੇ ਵਾਜੇ ਵਜਾਉਂਦੀ। ਕਿੰਨੇ ਕਿੰਨੇ ਰਾਜੇ, ਕਿੰਨੇ ਕਿੰਨੇ ਰਾਣੇ ਇਹ ਸੰਸਾਰ ਚੋਂ ਆਪਣੀਆਂ ਸਿਫਤਾਂ ਦੇ ਵਾਜੇ ਵਜਾ ਕੇ ਵੇਖਦਿਆਂ ਚਲੇ ਗਏ। ਕਲਗੀਧਰ ਜੀ ਲਿਖਦੇ ਆ, ਮਾਨ ਸੇ ਮਹੀਪ ਉਹ ਦਲੀਪ ਕੈਸੇ ਛਤਰ ਧਾਰੀ।
ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਾਏ ਹੈ। ਕਿੱਡੇ ਕਿੱਡੇ ਵੱਡੇ ਰਾਜੇ ਮਾਨਧਾਤਾ ਵਰਗੇ, ਰਾਜੇ ਦਲੀਪ ਵਰਗੇ, ਰਾਜੇ ਕਲਿੰਜਰ ਵਰਗੇ, ਕਿੱਡੇ ਕਿੱਡੇ ਵੱਡੇ ਰਾਜੇ ਜਿਹੜੇ ਇਸ ਧਰਤੀ ਦੇ ਮਾਲਕ ਸਦੀਂਦੇ ਸਨ, ਉਹ ਵੀ ਇਸ ਧਰਤੀ ਤੋਂ ਕੂਚ ਕਰਕੇ ਚਲੇ ਗਏ। ਅੱਜ ਉਹ ਲੱਭਦੇ ਨਹੀਂ, ਉਹਨਾਂ ਦੇ ਬਾਰੇ ਜਾਣਦੇ ਵੀ ਨਹੀਂ ਹਨ ਲੋਕ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੀਆਂ ਸਿਫਤਾਂ ਦੇ ਵਾਜੇ ਵੱਜਦੇ ਸਨ, ਜਿਨ੍ਹਾਂ ਦੇ ਦਰਵਾਜ਼ਿਆਂ ਤੇ ਸਵੇਰੇ ਨੌਬਤਾਂ ਵੱਜਦੀਆਂ ਸਨ ਕਿ ਰਾਜਾ ਆਲਮ ਪਨਾਹ, ਖਰੇ ਕੀ ਉਹਨਾਂ ਦੇ ਨਾਂ ਲੈ ਕੇ ਸੰਬੋਧਨ ਕੀਤਾ ਜਾਂਦਾ ਸੀ। ਪਾਤਸ਼ਾਹ ਕਹਿੰਦੇ ਉਹ ਵੀ ਇਸ ਸੰਸਾਰ ਤੋਂ ਵੇਖ ਕੇ ਇਸ ਦੁਨੀਆ ਨੂੰ ਚਲੇ ਗਏ। ਵਹੀ ਏਕ ਰਹਿਸੀ ਜੋ ਸਾਚਾ ਖੁਦਾਏ। ਇਹ ਰਾਜਾ ਕਾਰੂ, ਇੱਕ ਉਹੀ ਹੈ ਖੁਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਸੱਚਾ ਤੇ ਸਦਾ ਰਹੇਗਾ। ਉਹੀ ਸੱਚ ਹੈ, ਉਹੀ ਸदैवी ਹੈ ਔਰ ਉਹੀ ਸਦਾ ਰਹੇਗਾ। ਉਹ ਪਹਿਲਾਂ ਵੀ ਸੀ, ਉਹ ਹੁਣ ਵੀ ਹੈ ਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਤਿੰਨਾਂ ਕਾਲਾਂ 'ਚ ਰਹਿਣ ਵਾਲਾ, ਉਹਦੀ ਹਸਤੀ ਸदैवी ਹੈ, ਉਹ ਸਦਾ ਰਹਿਣ ਵਾਲਾ ਹੈ। ਆਇਆ ਇਕੇਲਾ ਇਕੇਲਾ ਚਲਾਇਆ। ਕਾਰੂ ਜਦੋਂ ਆਇਆ ਸੀ ਇਕੱਲਾ ਹੀ ਆਇਆ ਨਾ, ਕਿ ਨਾਲ ਆ ਫੌਜਾਂ ਲੈ ਕੇ ਆਇਆ ਸੀ ਜਿਹੜੀਆਂ ਨਾਲ ਟੋਰੀ ਫਿਰਦਾ, ਇਕੱਲਾ ਆਇਆ ਸੀ। ਨਾਮ ਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਪਾਤਸ਼ਾਹ ਕਹਿੰਦੇ ਬੇਮਰਿਆਦਾ ਆਇਆ ਸੀ ਨੰਗਾ ਹੀ, ਜਦੋਂ ਗਿਆ ਉਦੋਂ ਵੀ ਬੇਮਰਿਆਦਾ ਨਗਨ ਹੀ ਟੋਰ ਕੇ ਲੈ ਕੇ ਗਏ। ਖੱਫਣ ਤਾਂ ਇੱਥੇ ਹੀ ਸੜ ਸੁੱਕ ਜਾਂਦਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆਇਆ ਵੀ ਇਕੱਲਾ ਸੀ ਤੇ ਜਾਣਾ ਵੀ ਇਕੱਲਾ ਹੈ, ਤੇ ਫਿਰ ਕਾਹਦਾ ਮਾਣ ਕਿ ਮੇਰੇ ਕੋਲ ਝੂਲਦੇ ਮਸਤ ਹਾਥੀ ਨੇ, ਮੇਰੇ ਕੋਲ ਹਵਾ ਨਾਲੋਂ ਤੇਜ਼ ਚੱਲਣ ਵਾਲੇ ਘੋੜੇ ਨੇ, ਮੈਂ ਰਥਾਂ ਦਾ ਮਾਲਕ ਹਾਂ। ਇਹ ਕਾਹਦਾ ਮਾਣ ਚੁੱਕੀ ਬੈਠਾ ਬਾਦਸ਼ਾਹ, ਜਾਣਾ ਤਾਂ ਇਕੱਲਿਆਂ ਹੀ ਹੈ। ਕਲਗੀਧਰ ਦੇ ਬਚਨ ਨੇ, ਮਾਤੇ ਮਤੰਗ ਜਰੇ ਜਰ ਸੰਗ ਅਨੂਪਯੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਬਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਾਵਤ ਸੀਸ ਨ ਜਾਤ ਵਿਚਾਰੇ, एते भय तो कहाँ पे भूपत अंत को नांगे ही पाए पधारे। एते भय तो कहाँ पे भूपत, काहदा तू बड़ा राजा बन गया, अंत को नांगे ही पाए पधारे। अंत नूं नंगे पैरी जाना पैंदा है संसार चों, आया भी कल्ला जाना भी कल्ला, वहाँ हाथी है ना घोड़ा है, वहाँ पैदल ही जाना है। सजणा आया भी कल्ला ते कल्ले नूं ही बन के चलाउणा है। चलते वक्त कोई काम ना आया। आ जो कुछ इकट्ठा कीता है, जो कुछ जोड़िया, जो कुछ रखिया तैं अपने कोल, जदों चलन लगा ते चलदे वक्त इन्हां चों कुछ भी काम नहीं आया, कुछ भी काम नहीं आया। जो जोड़िया सी, जो इकट्ठा कीता सी, चलदे वक्त ਇਹਦੇ ਵਿੱਚੋਂ ਕੁਝ ਵੀ ਕੰਮ ਨਹੀਂ ਆਇਆ। ਲੇਖਾ ਮੰਗੀ ਜੇ ਕੇ ਆਦੀ ਜੇ ਜਵਾਬ। ਦੱਸੋ ਕਾਰੂ, ਜਦੋਂ ਜਾਏਗਾ ਵਾਹਿਗੁਰੂ ਦੀ ਦਰਗਾਹ 'ਚ, ਉੱਥੇ ਜਦੋਂ ਲੇਖਾ ਮੰਗਿਆ ਜਾਏਗਾ, ਕੀ ਜਵਾਬ ਦੇਂਗਾ ਤੂੰ ਉੱਥੇ? ਧਰਮਰਾਏ ਜਬ ਲੇਖਾ ਮੰਗਾ, ਕਿਆ ਮੁਖ ਲੈ ਕੇ ਜਾਏਗਾ, ਕੀ ਮੂੰਹ ਲੈ ਕੇ ਜਾਏਗਾ? ਉੱਥੇ ਜਦੋਂ ਜਵਾਬ ਤਲਬੀ ਹੋਵੇਗੀ, ਜਦੋਂ ਉੱਥੇ ਤਲਬਾਂ ਪੈਣਗੀਆਂ, ਤਲਬਾਂ ਪੌਸਨ ਆਕੀਆਂ, ਉੱਥੇ ਕੀ ਜਵਾਬ ਦੇਂਗਾ ਤੂੰ? ਰੱਬ ਦੀ ਦਰਗਾਹ ਵਿੱਚ, ਖੁਦਾ ਦੇ ਘਰ ਵਿੱਚ ਕੀ ਜਵਾਬ ਦੇਵੇਂਗਾ ਜਦੋਂ ਲੇਖਾ ਮੰਗਿਆ ਜਾਵੇਗਾ? ਤੋਬਾ ਪੁਕਾਰੇ ਤੋ ਪਾਵੇ ਅਜ਼ਾਬ। ਜਦੋਂ ਉੱਥੇ ਅਜ਼ਾਬ ਕਹਿੰਦੇ ਆ ਸਜ਼ਾ ਨੂੰ, ਜਦੋਂ ਉੱਥੇ ਦੁੱਖ ਮਿਲਣਗੇ ਨਾ, ਸਜ਼ਾ ਮਿਲੇਗੀ ਬਾਦਸ਼ਾਹ, ਉਦੋਂ ਆਪਣੇ ਮੂੰਹ ਤੋਬਾ ਪੁਕਾਰੇਗਾ, ਪਰ ਤੇਰੀ ਤੋਬਾ ਨੂੰ, ਤੇਰੇ ਉਸ ਪੁਕਾਰ ਨੂੰ ਉੱਥੇ ਫਿਰ ਕਿਸੇ ਨੇ ਨਹੀਂ ਸੁਣਨਾ। ਉੱਥੇ ਤੂੰ ਤੋਬਾ ਪੁਕਾਰੇਗਾ, ਪਰ ਤੇਰੀ ਤੋਬਾ ਨੂੰ ਕਿਸੇ ਨਹੀਂ ਸੁਣਨਾ। ਜਦੋਂ ਉੱਥੇ ਅਜ਼ਾਬ ਮਿਲਿਆ, ਸਜ਼ਾ ਮਿਲੀ। ਦੁਨੀਆ ਪਰ ਕੀਆ ਜ਼ੋਰ ਦਮੜਾ ਕਮਾਇਆ। ਦੁਨੀਆ ਤੇ ਜ਼ੋਰ ਕਰਕੇ, ਜ਼ੁਲਮ ਕਰਕੇ ਸਾਰੀ ਜ਼ਿੰਦਗੀ ਤਾਂ ਦਮੜੇ ਕਮਾਏ ਨੇ,
ਰੁਪਈਏ ਇਕੱਠੇ ਕੀਤੇ ਹਨ। ਖਾਇਆ ਹੰਡਾਇਆ ਅਜ਼ਾਈ ਗਵਾਇਆ। ਦਮੜੇ ਇਕੱਠੇ ਕੀਤੇ ਨੇ ਸਾਰੀ ਜ਼ਿੰਦਗੀ, ਕਿਸੇ ਦੀਆਂ ਅਸੀਸਾਂ ਤਾਂ ਨਹੀਂ ਲਈਆਂ, ਕਿਸੇ ਦੀਆਂ ਦੁਆਵਾਂ ਤਾਂ ਨਹੀਂ ਖੱਟੀਆਂ ਬਾਦਸ਼ਾਹ, ਜਿਹੜੀਆਂ ਕੰਮ ਆਉਣੀਆਂ ਸੀ ਨਿਰੰਕਾਰ ਦੇ ਘਰ ਵਿੱਚ। ਸਾਰੀ ਜ਼ਿੰਦਗੀ ਜ਼ੁਲਮ ਕਰਕੇ ਕੇਵਲ ਦਮੜੇ ਇਕੱਠੇ ਕੀਤੇ ਆ ਤੈਂ, ਤੇ ਫਿਰ ਖਾ ਲਿਆ ਜੋਨਾ ਕ ਹੰਢਾ ਲਿਆ, ਔਰ ਅਜਾਈ ਗਵਾ ਕੇ ਸਾਰੀ ਜ਼ਿੰਦਗੀ ਚਲਾ ਗਿਆ। ਆਖਰ ਪਛਤਾਣਾ ਕਰੇ ਹਾਏ ਹਾਏ। ਅਖੀਰ ਨੂੰ ਕੇਵਲ ਪੱਲੇ ਪਛਤਾਵਾ ਹੀ ਰਹਿ ਜਾਣਾ, ਪਛਤਾਵੇ ਦੀ ਬਿਰਤੀ ਰਹਿ ਜਾਣੀ ਆ, ਤੇ ਜ਼ੁਬਾਨ ਤੇ ਇੱਕੋ ਬੋਲ ਹੋਣੇ ਆ ਤੇਰੇ ਕਿ ਹਾਏ ਹਾਏ ਪੁਕਾਰੇਗਾ, ਪਰ ਤੇਰੀ ਉਸ ਹਾਏ ਨੂੰ ਉੱਥੇ ਕਿਸੇ ਨੇ ਨਹੀਂ ਸੁਣਨਾ। ਕਾਰੂ, ਇਹ ਸਰੀਰ ਛੁੱਟਣ ਤੋਂ ਬਾਅਦ ਫਿਰ ਕਿਸੇ ਪ੍ਰਕਾਰ ਦੀ ਤੇਰੀ ਹਾਏ ਪੁਕਾਰ ਨੂੰ ਕਿਸੇ ਨੇ ਨਹੀਂ ਸੁਣਨਾ। ਇਸ ਤਨ ਦੇ ਹੁੰਦਿਆਂ ਹੁੰਦਿਆਂ ਜੇ ਆਪਣੇ ਆਪ ਨੂੰ ਸਵਾਰ ਲੈ ਤਾਂ ਤੂੰ ਸਬਰ ਸਕਦਾ ਹੈ। ਪਾਤਸ਼ਾਹ ਕਹਿੰਦੇ ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਹਾਲੇ ਵੀ ਵੇਲਾ ਜਦੋਂ ਤੱਕ ਸਾਹ ਚੱਲਦੇ ਐ, ਜੇ ਹੁਣ ਵੀ ਭਜਨ ਨਾ ਕੀਤਾ, ਜਦੋਂ ਅੰਤ ਆ ਗਿਆ ਫਿਰ ਭਜਨ ਨਹੀਂ ਹੋਣਾ। ਕਿਤੇ ਸੋਚਦਾ ਹੋਵੇ ਵੀ ਅੰਤਮ ਸਮਾਂ ਆਵੇਗਾ ਉਦੋਂ ਰੱਬ ਰੱਬ ਕਰ ਲਵਾਂਗਾ, ਫਿਰ ਉਦੋਂ ਵੀ ਰੱਬ ਰੱਬ ਨਹੀਂ ਹੋਣਾ। ਇਸ ਕਰਕੇ ਪਾਤਸ਼ਾਹ ਕਹਿੰਦੇ ਐ ਆਖਰ ਪਛਤਾਣਾ ਕਰੈ ਹਾਏ ਹਾਏ। ਅਖੀਰ ਨੂੰ ਪੱਲੇ ਕੇਵਲ ਪਛਤਾਵਾ ਰਹਿ ਜਾਣਾ ਹੈ, ਔਰ ਪਾਪ ਕਰਦਿਆਂ ਜਿਹੜੇ ਹਾਏ ਹਾਏ ਇਹੀ ਜ਼ੁਬਾਨ ਤੇ ਬੋਲੇ ਜਾਣੇ ਹਨ। ਜਿਵੇਂ ਪਾਤਸ਼ਾਹ ਕਹਿੰਦੇ ਆ ਨਾ ਕਿ ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਜਿਹੜੇ ਪਾਪੀ ਪਾਪ ਕਮਾ ਕੇ ਗਏ ਆ ਉਹਨਾਂ ਨੂੰ ਉੱਥੇ ਹਾਏ ਦੁਹਾਈ ਪਾਣੀ ਪੈਂਦੀ ਹੈ। ਇਉਂ ਰਿੜਕੇ ਜਾਂਦੇ ਐ ਜਿਵੇਂ ਮਧਾਣੀਆਂ ਨਹੀਂ ਪਾ ਕੇ ਰਿੜਕੀ ਦਾ ਦੁੱਧ, ਕਹਿੰਦੇ ਇਉਂ ਰਿੜਕੇ ਜਾਂਦੇ ਆ ਉੱਥੇ ਜੰਮਾਂ ਦੀ ਮਾਰ ਦੇ ਨਾਲ, ਤੇ ਫਿਰ ਉੱਥੇ ਇਹਨਾਂ ਦੀ ਕੋਈ ਪੁਕਾਰ ਨਹੀਂ ਸੁਣੀ ਜਾਂਦੀ। ਦਰਗੇ ਗਿਆ ਸੋ ਪਾਵੇ ਸਜਾਏ। ਨਿਰੰਕਾਰ ਦੀ ਦਰਗਾਹ 'ਚ ਗਏ ਨੂੰ ਆਪਣੇ ਕੀਤੇ ਪਾਪ ਕਰਮਾਂ ਦੀ ਫਿਰ ਸਜ਼ਾ ਭੋਗਣੀ ਪੈਂਦੀ ਹੈ। ਲਾਨਤ ਹੈ ਤੈਂਕੂ ਅਰ ਤੈਂਡੀ ਕਮਾਈ। ਪਾਤਸ਼ਾਹ ਕਹਿੰਦੇ ਆ ਲਾਨਤ ਹੈ ਤੇਰੇ ਤੇ ਔਰ ਤੇਰੀ ਇਸ ਕਮਾਈ ਤੇ ਵੀ ਲਾਨਤ। ਲਾਨਤ ਹੈ ਤੈਂਕੂ ਅਰ ਤੈਂਡੀ ਕਮਾਈ। ਜਿਹੜੀ ਤੂੰ ਚੰਗੇ ਪਾਸੇ ਨਹੀਂ ਲਾਈ, ਕਿਤੇ ਭਰੇ ਪਾਸੇ ਨਹੀਂ ਲਾਏ, ਕਾਹਦੀ ਕਮਾਈ ਹੈ ਤੇਰੀ ਬਈ ਉਹ। ਲਾਨਤ ਹੈ ਤੇਰੇ ਤੇ ਔਰ ਤੇਰੀ ਇਸ ਕਮਾਈ ਤੇ ਵੀ ਲਾਨਤ ਹੈ। ਦਗੇਬਾਜ਼ੀ ਕਰ ਕਰ ਦੁਨੀ ਲੂਟ ਖਾਈ। ਦਗੇਬਾਜ਼ੀਆਂ ਕਰਕੇ, ਫਰੇਬੀਆਂ ਕਰਕੇ, ਠੱਗੀਆਂ ਕਰਕੇ, ਝੂਠ ਬੋਲ ਕੇ ਤੈਂ ਇਹ ਸੰਸਾਰ ਦੀ ਕਮਾਈ ਕੀਤੀ ਹੈ। ਤੇਰੀ ਇਸ ਕਮਾਈ ਤੇ ਵੀ ਲਾਨਤ ਹੈ ਔਰ ਤੇਰੇ ਤੇ ਵੀ ਲਾਨਤ ਹੈ। ਪੀਏ ਪਿਆਲੇ ਉਹ ਖਾਏ ਕਬਾਬ। ਆ ਬੰਦਾ ਕੀ ਕਰਦਾ ਸੰਸਾਰ ਜਦੋਂ ਪਾਪ ਕਰਕੇ ਆ ਜਾਣੇ ਦੇ ਪਾਸ, ਪਿਆਲੇ ਪੀਂਦਾ ਛਲਕਾ ਛਲਕਾ ਕੇ, ਭਰ ਭਰ ਕੇ ਪਿਆਲੇ ਪੀਂਦਾ ਔਰ ਕਬਾਬ ਖਾਂਦਾ, ਔਰ ਕਹਿੰਦਾ ਮੇਰੇ ਵਰਗੀ ਜ਼ਿੰਦਗੀ ਕਿਹਨੇ ਜੀਵਣੀ ਹੈ। ਹੰਕਾਰ ਦੇ ਵਿੱਚ ਪਾਪ ਦੀ ਮਾਇਆ ਪਾਪ ਤੇ ਹੀ ਲੱਗਦੀ ਹੈ ਗੁਰੂ ਖਾਲਸਾ ਜੀ, ਧਰਮ ਤੇ ਨਹੀਂ ਲੱਗਦੀ। ਜਿਹੜੀ ਮਾਇਆ ਪਾਪ ਕਰਕੇ ਕਮਾਈ ਹੋਵੇ ਉਹ ਪਾਪ ਤੇ ਹੀ ਖਚਤ ਹੁੰਦੀ ਹੈ। ਧਰਮ ਤੇ ਲਾਣ ਵੇਲੇ ਤਾਂ ਮਰੀ ਮਰੀ ਪੈਂਦੀ ਆ ਉਹਨਾਂ ਨੂੰ। ਉਹ ਤਾਂ ਪਾਠੀ ਸਿੰਘਾਂ ਦੀ ਭੇਟਾ ਦੇਣ ਵੇਲੇ ਵੀ ਸੋਚਦੇ ਆ ਵੀ ਦਈਏ ਕਿ ਨਾ ਦਈਏ, ਖਬਰੇ ਏਦਾਂ ਹੀ ਸਬਰ ਜਾਏ। ਕਹਿੰਦੇ ਨਿਸ਼ਕਾਮ ਜਥਾ ਲੱਭੀਏ ਜਿਹੜਾ ਪਾਠੀ ਸਿੰਘ ਨਿਸ਼ਕਾਮ ਆ ਕੇ ਪਾਠ ਕਰ ਜਾਏ। ਤੋ ਗੁਰੂ ਖਾਲਸਾ ਜੀ ਪਾਪ ਦੀ ਕਮਾਈ ਪਾਪ ਤੇ ਹੀ ਲੱਗਦੀ ਹੈ। ਪਾਤਸ਼ਾਹ ਕਹਿੰਦੇ ਕਿੱਥੇ ਲਾਉਂਦੇ ਆ ਇਦਾਂ ਦੇ ਲੋਕ ਆਪਣੀ ਕਮਾਈ ਨੂੰ। ਪੀਏ ਪਿਆਲੇ ਔਰ ਖਾਏ ਕਬਾਬ। ਪਿਆਲੇ ਪੀਣੇ, ਸ਼ਰਾਬਾਂ ਪੀਣੀਆਂ ਤੇ ਪਿਆਉਣੀਆਂ, ਕਬਾਬ ਖਾਣੇ, ਇਦਾਂ ਦੀਆਂ ਜ਼ਿੰਦਗੀਆਂ ਜਿਹਨੂੰ ਰਾਖਸ਼ ਦੀ ਜੂਨੀ ਕਹਿੰਦੇ। ਰਾਖਸ਼ ਦਾ ਜੀਵਨ, ਰਾਖਸ਼ਾਂ ਵਰਗੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ। ਦੇਖੋ ਰੇ ਲੋਕੋ ਜੋ ਹੋਤੇ ਖਰਾਬ। ਮਹਾਰਾਜ ਜੀ ਕਹਿੰਦੇ ਉਹ ਵੇਖੋ ਦੁਨੀਆ ਦੇ ਲੋਕੋ ਕਿਵੇਂ ਲੋਕ ਖਰਾਬ ਪਏ ਹੁੰਦੇ ਆ। ਪਿਆਲੇ ਪੀ ਕੇ ਤੇ ਕਬਾਬ ਖਾ ਕੇ ਆ ਵੇਖੋ ਦੁਨੀਆ ਦੇ ਲੋਕ ਕਿਵੇਂ ਖਰਾਬ ਪਏ ਹੁੰਦੇ ਐ, ਕਿਵੇਂ ਇਹਨਾਂ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆ। ਜਿਹਦਾ ਤੂੰ ਬੰਦਾ ਉਸੇ ਨੇ ਤੈਨੂੰ ਸਵਾਰਿਆ, ਬਣਾਇਆ ਤੈਨੂੰ ਉਸੇ। ਜਿਨ ਤੂੰ ਸਾਗ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੈ ਉਭਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਧ,
ਭਰ ਜੋਬਨ ਭੋਜਨ ਸੁਖ ਸੂਦ। ਉਹ ਰੱਬ ਨੂੰ ਤੂੰ ਭੁਲਾਈ ਬੈਠਾ ਜਿਹਨੇ ਤੈਨੂੰ ਇੰਨਾ ਕੁਝ ਦਿੱਤਾ ਹੈ, ਜਿਹਨੇ ਤੈਨੂੰ ਸਵਾਰਿਆ, ਜਿਸ ਨੇ ਤੈਨੂੰ ਸ਼ਿੰਗਾਰਿਆ, ਉਹਨੂੰ ਤੂੰ ਆਪਣੇ ਹਿਰਦੇ ਚੋਂ ਭੁਲਾਈ ਬੈਠਾ। ਦੁਨੀਆ ਕੇ ਲਾਲਚ ਤੈ ਸਾਹਿਬ ਵਿਸਾਰਿਆ। ਦੁਨੀਆਂ ਦੇ ਲਾਲਚ ਵਿੱਚ ਲੱਗ ਕੇ ਤੂੰ ਸਾਹਿਬ ਨੂੰ ਵਿਸਾਰੀ ਬੈਠਾ ਹੈ। ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਚੋਂ ਭੁਲਾਈ ਬੈਠਾ ਹੈ। ਇਹ ਨਸੀਹਤਨਾਮਾ ਚੱਲ ਰਿਹਾ ਗੁਰੂ ਖਾਲਸਾ ਜੀ, ਵਿਸਥਾਰ ਵਾਲਾ ਹੈ। ਰਹਿੰਦਾ ਨਸੀਹਤਨਾਮਾ ਆਪਾਂ ਕੱਲ ਦੇ ਪ੍ਰਸੰਗ 'ਚ ਗੁਰੂ ਦਇਆ ਨਾਲ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਪੀਓ ਅਣਹਾਰ ਹੈ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਪਾਨਿਦ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।